ਲੁਧਿਆਣਾ ਖਬਰਨਾਮਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਰਾਜਦੀਪ ਤੇ ਖਬਰਾਂ ਵੱਲ ਵਧਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸੂਬੇ ਅੰਦਰ ਵੱਖ-ਵੱਖ ਥਾਈਂ ਚੱਕਾ ਜਾਮ। ਲੁਧਿਆਣਾ ਦੇ ਭਾਰਤਨਗਰ ਚੌਂਕ ਤੇ ਵਕੀਲਾਂ ਤੇ ਕਿਸਾਨਾਂ ਨੇ ਸਾਂਝੇ ਤੌਰ ਤੇ ਲਗਾਇਆ ਧਰਨਾ ਪ੍ਰਦਰਸ਼ਨ। ਜਲੰਧਰ ਬਾਈਪਾਸ ਦੇ ਵਿੱਚ ਵੀ ਦਲਿਤ ਭਾਈਚਾਰੇ ਨੇ ਕੀਤਾ ਚੱਕਾ ਜਾਮ। ਰਾਏਕੋਟ ਤੇ ਖੰਨਾ ਵਿੱਚ ਵੀ ਹੋਏ ਧਰਨੇ ਪ੍ਰਦਰਸ਼ਨ। ਰਾਏਕੋਟ ਵਿੱਚ ਭਾਰਤੀ ਕਿਸਾਨ ਯੂਨੀਅਨ ਦੀ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਲਗਾਇਆ ਗਿਆ ਸਾਂਝਾ ਚੱਕਾ ਜਾਮ। ਕੇਂਦਰੀ ਸਰਕਾਰ ਨੂੰ ਸੁੱਤੀ ਨੀਂਦ ਤੋਂ ਜਗਾਉਣ ਦੇ ਲਈ 1 ਮਿੰਟ ਤੱਕ ਵਜਾਏ ਗਏ ਹਾਰਨ। ਇੱਕ ਹੋਰ ਕਿਸਾਨ ਨੇ ਜੀਵਨ ਲੀਲਾ ਕੀਤੀ ਸਮਾਪਤ। ਰਾਏਕੋਟ ਦੇ ਪਿੰਡ ਗੁਰਜ ਦੇ ਕਿਸਾਨ ਨੇ ਕੀਤੀ ਖੁਦਕੁਸ਼ੀ। ਆਰਥਿਕ ਤੰਗੀ ਤੋਂ ਪਰੇਸ਼ਾਨ ਸੀ ਕਿਸਾਨ। ਭਾਰਤੀ ਵਾਲਮੀਕੀ ਧਰਮ ਸਮਾਜ ਦੇ ਲੁਧਿਆਣਾ ਸੰਗਠਨ ਦੇ ਵਰਕਰਾਂ ਨੇ ਕੀਤੀ ਮੀਟਿੰਗ। ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲਗਾਈਆਂ ਗਈਆਂ ਡਿਊਟੀਆਂ। ਪਦ ਅਧਿਕਾਰੀਆਂ ਦਾ ਕੀਤਾ ਗਿਆ ਸਨਮਾਨ। ਖਬਰਾਂ ਵਿਸਥਾਰ ਨਾਲ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਲੁਧਿਆਣਾ ਦੇ ਵਿੱਚ ਅੱਜ ਚੱਕੇ ਜਾਮ ਦੇ ਨਾਲ ਹੋਏ ਧਰਨੇ ਪ੍ਰਦਰਸ਼ਨਾਂ ਦੀ। ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਵੱਲੋਂ ਚੱਕਾ ਜਾਮ ਕੀਤਾ ਗਿਆ। ਇਸ ਧਰਨੇ ਦੇ ਵਿੱਚ ਹਰ ਵਰਗ ਦੇ ਵੱਲੋਂ ਆਪੋ ਆਪਣਾ ਸਮਰਥਨ ਦਿੱਤਾ ਗਿਆ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਸਕਦੇ ਹੋ ਕਿਸ ਤਰ੍ਹਾਂ ਨਾਲ ਜਿਹੜੇ ਸਟੂਡੈਂਟਸ ਵੀ ਕਾਫੀ ਗੁੱਸਾ ਹੈਗਾ, ਉਹਨਾਂ ਵੱਲੋਂ ਵੀ ਜਿਹੜਾ ਫਾਰਮਰ ਬਿੱਲ ਬਣਾਏ ਗਏ ਨੇ ਉਹਨਾਂ ਨੂੰ ਰੱਦ ਕਰਾਉਣ ਦੀ ਮੰਗ ਕੀਤੀ ਯਾਰ। ਜਿਸ ਤਰ੍ਹਾਂ ਨਾਲ 26 ਜਨਵਰੀ ਨੂੰ ਜਿਹੜੀ ਘਟਨਾ ਵਾਪਰੀ ਉਸ ਤੋਂ ਬਾਅਦ ਕਈ ਮਾਮਲੇ ਦਰਜ ਕੀਤੇ ਗਏ, ਉਸ ਤੋਂ ਬਾਅਦ ਇੰਟਰਨੈਟ ਬੰਦ ਹੋਇਆ। ਇਸ ਦੇ ਵਿਰੋਧ ਦੇ ਵਿੱਚ ਵੀ ਜਿਹੜਾ ਹੈਗਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ। ਅਸੀਂ ਲਗਾਤਾਰ ਜਿਹੜਾ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਸ ਤਰ੍ਹਾਂ ਨਾਲ ਦੇਖ ਸਕਦੇ ਹੋ ਹਰ ਸਟੂਡੈਂਟ ਖੜੇ ਨੇ ਇਹ ਇੱਥੇ ਜਿਹੜੇ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ। ਕੀ ਕਹਿਣਾ ਚਾਹੁੰਦੇ ਹੋ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਹੈਗਾ ਕੀਤਾ ਜਾ ਰਿਹਾ? ਸਾਡੇ ਬੱਚਿਆਂ ਦਾ ਫਿਊਚਰ ਦੇਖੋ ਜੀ, ਸਿੰਘੂ ਬਾਰਡਰ ਤੇ ਹੁੰਨਾ ਵੈਸੇ ਅੱਜ ਇੱਕ ਦਿਨ ਆਉਣ ਦਾ ਮੌਕਾ ਮਿਲਦਾ, 10 ਦਿਨ ਬਾਅਦ ਇੱਕ ਦਿਨ ਘਰ ਆਈਦਾ ਤੇ ਬੜਾ ਵਧੀਆ ਲੱਗਦਾ ਕਿ ਜਦ ਆਪਣੇ ਸ਼ਹਿਰ ਵੀ ਆਨੇ ਆ ਤੇ ਆਪਣੇ ਸ਼ਹਿਰ 'ਚ ਵੀ ਹਰ ਵੇਲੇ ਪਿਛਲੀ ਵਾਰੀ ਆਇਆ ਤੇ ਕਾਰ ਰੈਲੀ ਚੱਲ ਰਹੀ ਸੀ, ਅੱਜ ਪਹੁੰਚਿਆ ਤੇ ਇਹ ਚੱਲ ਰਿਹਾ ਕਿ ਸ਼ਹਿਰਾਂ ਤੋਂ ਜਦ ਆਵਾਜ਼ਾਂ ਉੱਠਣ ਲੱਗਦੀਆਂ ਲੋਕ ਲਹਿਰਾਂ ਵੱਡੀਆਂ ਉਦੋਂ ਹੁੰਦੀਆਂ। ਅਰਬਨ ਸੁਸਾਇਟੀ ਹਮੇਸ਼ਾ ਲੋਕੇ ਕਿਹਾ ਜਾਂਦਾ ਕਿ ਪਿੱਛੇ ਰਹਿ ਜਾਂਦੀ ਹੈ। ਅੱਜ ਸ਼ਹਿਰਾਂ 'ਚੋਂ ਆਵਾਜ਼ ਉੱਠ ਰਹੀ ਹੈ ਤਾਂ ਲੋਕ ਲਹਿਰ ਵੱਡੀ ਹੋਣੀ ਲਾਜ਼ਮੀ ਹੈ, ਹੋਏਗੀ। ਹੁਣ ਇਹਦੇ ਨਾਲ ਇੰਡਸਟਰੀ ਵੀ ਜੁੜੇਗੀ। ਤੁਸੀਂ ਦੇਖੋ ਜਿਹੜੇ ਲੋਕ ਆ ਰਹੇ ਸ਼ਹਿਰਾਂ ਤੋਂ ਆਏ ਸਾਰੇ। ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਗੱਲ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ ਸਟੂਡੈਂਟਸ ਨੇ ਜਿਹੜੇ ਮਜ਼ਦੂਰ ਇੱਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ, ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਕਾਲੇ ਕਾਨੂੰਨ ਰੱਦ ਕਰਾਉਣ ਦੀ ਮੰਗ ਕੀਤੀ ਜਾ ਰਹੀ। ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰੋ। ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਧਰਨਾ ਪੂਰੇ ਦੇਸ਼ ਭਰ ਦੇ ਵਿੱਚ ਚੱਕਾ ਜਾਮ ਹੋਇਆ ਹੈ? ਇਹਦੇ ਬਾਰੇ ਤੁਸੀਂ ਦੇਖ ਜਦੋਂ ਨੌਜਵਾਨ ਸ਼ਕਤੀ ਜਿਹੜੀ ਆਪਣੀ ਲੁਧਿਆਣੇ ਸ਼ਹਿਰ ਦੀ ਕਹਿੰਦੇ ਸੀਗੇ ਕੱਲੇ ਪਿੰਡਾਂ ਚੋਂ ਕਿਸਾਨ ਗਏ ਨੇ, ਅੱਜ ਤੁਹਾਡੇ ਸਾਹਮਣੇ ਠਾਠਾ ਮਾਰਦਾ ਸ਼ਹਿਰ ਦਾ ਇਕੱਠ ਸਾਹਮਣੇ ਇਹ ਦਰਸ਼ਿਤ ਕਰਦਾ ਹੈ ਕਿ ਸ਼ਹਿਰੀ ਵੀ ਉੱਠ ਚੁੱਕੇ ਨੇ। ਇੱਕ ਕਿਸਾਨ ਅੰਦੋਲਨ ਦੇ ਨਾਲ ਨਾਰਮਲ ਵਰਗ ਦੇ ਲੋਕ ਵੀ ਜੁੜ ਚੁੱਕੇ ਨੇ, ਚਾਹੇ ਵਕੀਲ ਹੋਵੇ, ਚਾਹੇ ਡਾਕਟਰ ਹੋਵੇ, ਚਾਹੇ ਇੰਜੀਨੀਅਰ ਹੋਵੇ, ਤੇ ਆ ਸਾਰੇ ਸਟੂਡੈਂਟ। ਇਹਨਾਂ ਨੂੰ ਸਮਝ ਹੈ ਬਿੱਲਾਂ ਦੀ, ਇਹ ਵੀ ਸਿਵਿਕਸ ਜੀਓਗ੍ਰਾਫੀ ਹਿਸਟਰੀ ਸਭ ਪੜ੍ਹ ਕੇ ਆਏ ਆ, ਇਹ ਵੀ ਪਾਲਿਸੀ ਸਾਇੰਸ ਪੜ੍ਹਦੇ ਆ, ਇਹਨਾਂ ਨੂੰ ਸਭ ਪਤਾ ਕਿ ਬਿੱਲ ਕੀ ਹੈ, ਠੀਕ ਹੈ, ਫਲੋ ਕੀ ਹੈ ਬਿੱਲ ਦੇ ਵਿੱਚ, ਇਹਨੂੰ ਸਾਰੀ ਨੌਲੇਜ ਹੈਗੀ ਹੈ। ਜਿਸ ਤਰ੍ਹਾਂ ਨਾਲ ਕੱਲ ਖੇਤੀ ਮੰਤਰੀ ਤੋਮਰ ਨੇ ਕਿਹਾ ਵੀ ਪੰਜਾਬ ਦੇ ਕਿਸਾਨ ਇਹਨਾਂ ਨੂੰ ਕਾਲੇ ਬਿੱਲ ਕਹਿ ਰਹੇ ਨੇ, ਕਿਉਂ ਕਹਿ ਰਹੇ ਨੇ? ਇੱਕ ਵਾਰ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਨ। ਕੀ ਮੰਨਦੇ ਹੋ ਤੁਸੀਂ ਜਿਹੜਾ ਹਿਸਟਰੀ ਜੀਓਗ੍ਰਾਫੀ ਪੜ੍ਹਦੇ ਪਏ ਹੋ ਜਾਂ ਖੇਤੀ ਬਾਰੇ ਵੀ ਪੜ੍ਹਿਆ ਹੈਗਾ, ਉਹਦੇ ਵਿੱਚ ਤੁਸੀਂ ਕੀ ਸੋਚਦੇ ਹੋ ਕਿਸ ਤਰ੍ਹਾਂ ਗਲਤ ਨੇ? ਤੁਸੀਂ ਕੁਝ ਸਮਝਾਉਣ ਦੀ ਕੋਸ਼ਿਸ਼ ਕਰੋਗੇ ਖੇਤੀਬਾੜੀ ਮੰਤਰੀ? ਹਾਂਜੀ, ਮੈਂ ਖੇਤੀਬਾੜੀ ਮੰਤਰੀ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਉਹਨਾਂ ਨੂੰ ਸਮਝਾਉਣ ਦਾ ਵੀ ਮੌਕਾ ਦੇਵਾਂਗੇ ਅਸੀਂ। ਮੈਂ ਸਮਝਾਊਂਗਾ ਤੇ ਮੈਂ ਇਹ ਵੀ ਕਹਿੰਦਾ ਕਿ ਮੇਰੇ ਨਾਲ ਜਦੋਂ ਮਰਜ਼ੀ ਓਪਨ ਡਿਬੇਟ ਲਈ ਅਸੀਂ ਰੈਡੀ ਹਾਂ। ਪ੍ਰੈਸ ਕਾਨਫਰੰਸ ਲਗਾ ਕੇ ਇੱਕ ਪਾਸੇ ਸਟੂਡੈਂਟ, ਕਿਸਾਨ ਤੇ ਮੰਤਰੀ ਜੀ ਬਹਿ ਜਾਣ ਤੇ ਓਪਨ ਪ੍ਰੈਸ ਕਾਨਫਰੰਸ ਹੋਵੇ। ਇਹਦੇ ਵਿੱਚ ਬਿੱਲਾਂ ਦੇ ਵਿੱਚ ਐਸੈਂਸ਼ੀਅਲ ਕਮੋਡਿਟੀ ਐਕਟ ਹੈ, ਜਿਹਦੇ ਵਿੱਚ ਤੁਸੀਂ ਟਨਾਂ ਦੇ ਹਿਸਾਬ ਨਾਲ ਸਟੋਰ ਕਰ ਸਕਦੇ ਹੋ। ਅੱਗੇ ਸੀਗੀ ਲਿਮਿਟ ਤਾਂ ਕਿ ਕੋਈ ਇਹਨੂੰ ਬਾਲਾ ਖਰਾਬ ਨਾ ਕਰੇ। ਇੱਕ ਲਿਮਿਟ ਸੈੱਟ ਸੀ ਸਰਕਾਰ ਵੱਲੋਂ, ਉਹਨੂੰ ਲਿਮਿਟ ਚੱਕ ਚੁੱਕੇ ਨੇ। ਇਸ ਦਾ ਨੁਕਸਾਨ ਇਹ ਹੈ ਕਿ ਜਦ ਅਡਾਨੀ ਅੰਬਾਨੀ ਵੱਡੇ ਕੋਲਡ ਸਟੋਰੇਜ ਖੋਲਣਗੇ, ਇੱਥੇ ਮੋਗੇ ਕੋਲੇ ਇੱਥੇ ਫੈਕਟਰੀ ਲੱਗ ਚੁੱਕੀ ਹੈ ਕੋਲਡ ਸਟੋਰੇਜ ਦੀ, ਉਹਦੇ ਵਿੱਚ ਗ੍ਰੇਨ ਸੀਡ ਸਾਰੇ ਆਪਦੇ ਭਰਤੀ ਕਰਨਗੇ ਤੇ ਜਦ ਮਾਰਕੀਟ ਦੇ ਵਿੱਚ ਜ਼ੋਕਾ ਪੈ ਗਿਆ ਜਾਂ ਉਹਦੀ ਡਿਮਾਂਡ ਵੱਧ ਗਈ, ਸਾਰੇ ਅਮਰੀਕਾ, ਆਸਟ੍ਰੇਲੀਆ, ਚੀਨ, ਜਾਪਾਨ ਫਿਰ ਉੱਥੋਂ ਕੱਢ ਕੇ ਸਪਲਾਈ ਕਰਨਗੇ। ਚਾਹੇ ਕਿਸਾਨਾਂ ਕੋਲੋਂ ਇਹਨਾਂ ਨੇ 25 ਰੁਪਏ ਕਿਲੋ ਦੇ ਹਿਸਾਬ ਨਾਲ ਕੋਈ ਚੀਜ਼ ਲਈ ਹੋਵੇ, ਉਹ ਉਦੋਂ ਕੱਢ ਕੇ 3 ਟਾਈਮਸ 4 ਟਾਈਮਸ ਤੇ ਭਾਅ ਤੇ ਵੇਚਣਗੇ। ਇਹ ਫਲੋ ਹੈ ਬਿੱਲ ਦੇ ਵਿੱਚ ਸਭ ਤੋਂ ਵੱਡਾ ਤਕੜਾ ਫਲੋ। ਦੂਜੀ ਗੱਲ ਹੈ MSP ਦੀ।
ਐਮਐਸਪੀ ਕਹਿੰਦੇ ਕਾਨੂੰਨੀ ਹੱਕ ਪਹਿਲਾਂ ਜਿਵੇਂ ਚੱਲਦੀ ਰਹੂਗੀ। ਜੇ ਕਹਿੰਦੇ ਆ ਸਰਕਾਰ ਕਿ ਪਹਿਲਾਂ ਚੱਲਦੀ ਰਹੂਗੀ ਤਾਂ ਉਹਨੂੰ ਲਿਖਤੀ ਰੂਪ 'ਚ ਲਾਅ ਦੇ ਤਹਿਤ ਜਾਰੀ ਕਰ ਦੇਣ, ਠੀਕ ਹੈ। ਹੁਣ ਇਹਦਾ ਇਹ ਨੁਕਸਾਨ ਹੈ, ਕੰਟਰੈਕਟ ਫਾਰਮਿੰਗ ਦੀ ਗੱਲ ਕਰਦੇ ਆ। ਤੋਮਰ ਸਾਹਿਬ ਜੀ ਨੇ ਕਿਹਾ ਸੀ, ਇੱਕ ਬਿਆਨ ਦਿੱਤਾ ਸੀਗਾ ਪਾਰਲੀਮੈਂਟ 'ਚ, ਜਦ ਕਿਸਾਨ ਦੀ ਮਰਜ਼ੀ ਹੈ ਕਿਸਾਨ ਬਾਹਰ ਆ ਸਕਦਾ, ਪਰ ਜੇ ਉਹ ਲਾਅ 'ਚ ਲਿਖੀ ਗੱਲ, ਲਾਅ ਦੇ ਵਿੱਚ ਇਹ ਲਿਖਿਆ ਆਪਸੀ ਸਹਿਮਤੀ ਨਾਲ ਕਿਸਾਨ ਤੇ ਉਹ ਜਿਹੜਾ ਕੰਟਰੈਕਟਰ ਆ ਉਹਦੀ ਆਪਸੀ ਸਹਿਮਤੀ ਨਾਲ ਹੀ ਬਾਹਰ ਆ ਸਕਦਾ। ਦੋਨੋਂ ਪਾਰਟੀਆਂ ਤੋਂ ਜਿਹੜਾ ਦੋਨੋਂ ਜੇ ਆਪਸ ਸਹਿਮਤ ਹੋਣਗੇ, ਰਿਟਨ 'ਚ ਲਿਖਾਂਗੇ ਤਾਂ ਬਾਹਰ ਆ ਸਕਦਾ, ਠੀਕ ਹੈ। ਤੀਜੀ ਗੱਲ, ਕਾਨੂੰਨ ਜੁਡੀਸ਼ਰੀ ਨੂੰ ਆਪਾਂ ਸਭ ਤੋਂ ਵੱਡਾ ਮੰਨਦੇ ਹਾਂ ਦੇਸ਼ 'ਚ, ਠੀਕ ਹੈ। ਸੁਪਰੀਮ ਕੋਰਟ ਤੋਂ ਉੱਤੇ ਕੋਈ ਕੋਰਟ ਨਹੀਂ ਗਈ ਤੇ ਇੰਡੀਆ ਨੂੰ ਸਭ ਤੋਂ ਵੱਡੀ ਡੈਮੋਕ੍ਰੇਸੀ ਕਹਿੰਦੇ ਆ। ਕਿਸਾਨਾਂ ਦਾ, ਨਾਰਮਲ ਬੰਦਿਆਂ ਦਾ ਹੱਕ ਹੀ ਜੇ ਖੋਹ ਲਿਆ ਕੋਰਟ 'ਚ ਜਾਣ ਦਾ, ਉਹਨੂੰ ਡੈਮੋਕ੍ਰੇਸੀ ਕਹੋਗੇ? ਇਹ ਡੈਮੋਕ੍ਰੇਸੀ ਦੀ ਧੱਜੀਆਂ ਉਡਾ ਰਹੇ ਜੀ। ਇਹ ਕਹਿ ਰਹੇ ਕਿ ਐਸਡੀਐਮ ਤੁਹਾਡਾ ਫੈਸਲਾ ਕਰੂਗਾ। ਐਸਡੀਐਮ ਕਿਉਂ? ਜੇ ਕੱਲ ਤੁਹਾਡੇ 5-10 ਰੁਪਏ ਚੋਰੀ ਆਉਂਦੇ, ਤੁਸੀਂ ਕੋਰਟ 'ਚ ਜਾਂਦੇ ਹੋ, ਤੁਹਾਡੇ ਨਾਲ ਕੋਈ ਠੱਗੀ ਮਾਰ ਜਾਂਦਾ, ਤੁਹਾਡੇ ਮੀਡੀਆ ਵਾਲੇ ਤੁਹਾਡੇ ਨਾਲ ਠੱਗੀ ਮਾਰ ਜਾਂਦੇ, ਕੰਪਨੀ ਦੇ ਸੈਲਰੀ ਆਉਂਦੇ, ਤੁਸੀਂ ਕੋਰਟ 'ਚ ਜਾਓਗੇ। ਜੇ ਤੁਹਾਡੇ ਕੋਲ ਹੱਕ ਹੈ, ਕਿਸਾਨਾਂ ਕੋਲ ਕਿਉਂ ਨਹੀਂ ਹੈਗਾ ਹੱਕ? ਕੀ ਕਹਿਣਾ ਚਾਹੁੰਦੇ ਹੋ? ਜਿਸ ਤਰ੍ਹਾਂ ਪਹਿਲਾਂ ਤਾਂ ਪੰਜਾਬ ਦੇ ਵਿੱਚ ਸਜ਼ਾ ਦਾ ਪ੍ਰਾਵਧਾਨ ਆ, ਸਜ਼ਾ ਹੈਗੀ 5 ਸਾਲ ਦੀ। ਇਹ ਕਾਨੂੰਨ 'ਚ ਜਿਹੜਾ ਅਸੀਂ ਬਣਾਇਆ, ਕੋਈ ਸਜ਼ਾ ਨਹੀਂ ਹੋਊਗੀ, ਕਿਸਾਨ ਨੂੰ ਆਪਣੀ ਮਰਜ਼ੀ ਨਾਲ ਕੰਟਰੈਕਟ ਫਾਰਮਿੰਗ ਕਰ ਸਕਦਾ। ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਦੇਖੋ ਜੀ, ਪਹਿਲਾਂ ਤਾਂ ਇੱਕ ਗੱਲ ਕਹਿੰਦੇ ਜਿਵੇਂ ਸਰਕਾਰ ਕਹਿੰਦੀ ਹੈ ਕਾਲਾ ਕਾਨੂੰਨ ਦੱਸਦੇ ਆ, ਬਿਲਕੁਲ ਕਾਲਾ ਕਾਨੂੰਨ ਹੈ ਜੀ। ਪਹਿਲਾਂ 1955 ਤੋਂ ਪਹਿਲਾਂ ਜਿਹੜਾ ਜਿਵੇਂ ਕਿ ਜਿਹੜੇ ਵੱਡੇ ਸਾਡੇ ਪੂੰਜੀਪਤੀ ਹੁੰਦੇ ਸੀ ਦੇਸ਼ ਦੇ ਵਿੱਚ, ਉਹ ਕਾਲਾ ਬਾਜ਼ਾਰੀ ਨੂੰ ਬੜਾਵਾ ਦੇ ਰਹੇ ਸੀਗੇ। 1955 ਦੇ ਵਿੱਚ ਐਕਟ ਆਇਆ ਜਿਹਦੇ ਨਾਲ ਇਹ ਜਿਹੜੀ ਕਾਲਾ ਬਾਜ਼ਾਰੀ ਨੂੰ ਬੰਦ ਕੀਤਾ ਗਿਆ ਸੀਗਾ ਤੇ ਜਿਹੜੇ ਵੱਡੇ ਜਿਹੜੇ ਪੂੰਜੀਪਤੀ ਸੀਗੇ, ਜਿਹੜੇ ਕਾਲਾ ਬਾਜ਼ਾਰੀ ਕਰਨ ਵਾਲੇ ਸੀ, ਉਹਨਾਂ ਦੇ ਨੱਥ ਪਾਇਆ ਗਿਆ ਸੀ। ਇਸੇ ਲਿਮਿਟ ਨੂੰ ਇਹ ਸਰਕਾਰ ਨੇ ਚੱਕ ਦਿੱਤਾ ਤੇ ਹੁਣ ਇਹ ਜਿਹੜਾ ਸਰਕਾਰ ਨੇ ਬਿੱਲ ਲਿਆਂਦਾ ਹੈਗਾ, ਪਹਿਲਾਂ ਸਟੋਰੇਜ ਸਿਸਟਮ ਦਾ ਆ। ਸਟੋਰੇਜ ਸਿਸਟਮ ਦਾ ਜਿਹੜਾ ਅਸੀਂ ਬਿੱਲ ਦੇਖਦੇ ਹਾਂ, ਉਹਦੇ ਵਿੱਚ ਵੀ ਜਿਹੜੇ ਵੱਡੇ ਧਨਾੜ ਨੇ, ਇਹ ਜਿਹੜਾ ਮਾਲ ਹੈਗਾ, ਜਿਹੜਾ ਸਾਡੇ ਦੇਸ਼ ਦਾ ਫਸਲ ਹੈ, ਕੌਣ ਸਟੋਰ ਕਰੂਗਾ? ਉਹ ਅੰਬਾਨੀ ਅਡਾਨੀ ਕਰਨਗੇ ਨਾ। ਜਦੋਂ ਆਪਣੇ ਸਟੋਰ ਦੇ ਵਿੱਚ ਸਟੋਰ ਕਰਕੇ, ਕਿ ਇਹ ਐਕਟ ਦੇ ਵਿੱਚ ਇਹ ਲਿਖਿਆ ਹੋਇਆ ਕਿ 10 ਗੁਣਾ ਭਾਅ ਦੇ ਵਿੱਚ ਨਹੀਂ ਵੇਚਣਗੇ, ਇਸ ਗੱਲ ਦੀ ਕੀ ਗਾਰੰਟੀ ਹੈ ਕਿ 10 ਗੁਣਾ ਭਾਅ ਦੇ ਵਿੱਚ ਨਹੀਂ ਵੇਚਣਗੇ? ਐਵੇਂ ਹੀ ਹੈਗਾ ਜਿਵੇਂ ਕੰਟਰੈਕਟ ਫਾਰਮਿੰਗ ਦੇ ਵਿੱਚ, ਉਹਦੇ ਵਿੱਚ ਪ੍ਰਾਵਧਾਨ ਦਿੱਤਾ ਹੋਇਆ ਕਿ ਕਿਸਾਨਾਂ ਦੇ ਜਿੰਨੀ ਵੀ ਜ਼ਮੀਨ ਆ ਉਹਦੇ ਉੱਤੇ ਜਿਹੜੀ ਪ੍ਰਾਈਵੇਟ ਕੰਪਨੀ ਆ ਉਹ ਲੋਨ ਲੈ ਸਕਦੀ ਆ, ਤੇ ਕੱਲ ਨੂੰ ਉਹ ਲੋਨ ਦੇ ਵਿੱਚ ਜਿਹੜਾ ਉਹ ਕਾਗਜ਼ ਪੱਤਰ ਲੱਗਣਗੇ, ਜ਼ਮੀਨ ਦੇ ਕਿਹਨਾਂ ਦੇ ਲੱਗਣਗੇ? ਕਿਸਾਨਾਂ ਦੇ ਹੀ ਲੱਗਣਗੇ ਨਾ। ਹੁਣ ਤੁਸੀਂ ਐਮਪੀ ਦੇ ਵਿੱਚ ਦੇਖ ਲਓ, ਐਮਪੀ ਦੇ ਵਿੱਚ ਜਦੋਂ ਕਿਸਾਨਾਂ ਨੇ ਫਸਲ ਉਹਨਾਂ ਨੂੰ ਕੰਟਰੈਕਟ ਕੀਤਾ, ਫਸਲ ਦਿੱਤਾ, 10 ਕਰੋੜ ਦੇ ਜਿਹੜੇ ਉਹਨਾਂ ਨੂੰ ਚੈੱਕ ਦਿੱਤੇ, ਚੈੱਕ ਬਾਉਂਸ ਹੋ ਗਏ ਔਰ ਕੰਪਨੀ ਫਰਾਰ ਹੋ ਗਈ। ਕਿ ਇਹ ਕਾਲਾ ਕਾਨੂੰਨ ਨਹੀਂ ਹੈ? ਕੱਲ ਨੂੰ ਜਿਹੜੀ ਕੰਪਨੀ ਆਊਗੀ, ਇਹਨਾਂ ਦੀ ਕੀ ਗਾਰੰਟੀ ਹੈ ਉਹ ਚੈੱਕ ਦੇ ਦੇਣ ਤੇ ਬਾਉਂਸ ਹੋ ਜਾਣ, ਉਹ ਆਪ ਫਰਾਰ ਹੋ ਜਾਣ? ਇਹ ਸਾਰਾ ਹੀ ਕਾਲਾ ਕਾਨੂੰਨ ਹੈ। ਇਹ ਸਰਕਾਰ ਨੂੰ ਮੰਨਣਾ ਹੀ ਪਵੇਗਾ, ਬਿੱਲ ਵਾਪਸ ਲੈਣਗੇ। ਹਰ ਦੇਸ਼ ਦੇ ਵਿੱਚ ਹਰ ਵਰਗ ਉੱਠ ਕੇ ਆ ਰਿਹਾ। ਇਹ ਇਹਨਾਂ ਦੀ ਜਿਹੜੀ ਨੈਸ਼ਨਲ ਮੀਡੀਆ, ਵਿਕਾਊ ਮੀਡੀਆ, ਉਹ ਇਸ ਗੱਲ ਨੂੰ ਦਿਖਾ ਨਹੀਂ ਰਹੀ। ਇਹਨਾਂ ਨੇ ਨੈਸ਼ਨਲ ਮੀਡੀਆ ਤੋਂ ਲੈ ਕੇ ਜੱਜ ਤੋਂ ਲੈ ਕੇ ਹਰ ਇੱਕ ਚੀਜ਼ ਆਪਣੇ ਕਾਬੂ ਦੇ ਵਿੱਚ ਕੀਤਾ ਹੋਇਆ, ਜਿਹੜਾ ਕਿ ਸਰਕਾਰ ਨੂੰ ਕੁਰਸੀ ਤੋਂ ਲਾਉਣ ਦੀ ਹਿੰਮਤ ਰੱਖਦੀ ਹੈ, ਜਿਹਨੂੰ ਆਪਾਂ ਕਹਿੰਦੇ ਆ। ਇਹ ਸਾਰੇ ਇਹਨਾਂ ਨੇ ਆਪਣੇ ਅੰਡਰ ਕਰ ਲਿੱਤੇ ਹੋਏ ਨੇ। ਸੋ ਅੱਜ ਜੇ ਇਹ ਸਰਕਾਰ ਨਹੀਂ ਵਿਲ ਲੈਂਦੀ, ਅਸੀਂ ਹੋਰ ਵੱਡੀ ਗਿਣਤੀ ਦੇ ਵਿੱਚ ਆ ਕੇ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਜੀ। ਧੰਨਵਾਦ। ਬਿਲਕੁਲ, ਜਿਹੜਾ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਨਾਲ ਜਿਹੜੇ ਸਟੂਡੈਂਟਸ ਨੇ, ਵਿਦਿਆਰਥੀ ਨੇ, ਉਹਨਾਂ ਦੇ ਵਿੱਚ ਵੀ ਕਾਫੀ ਰੋਸ ਲੱਗ ਰਿਹਾ ਹੈਗਾ। ਜਿਹੜੇ ਇਹ ਕਾਨੂੰਨ ਨੇ ਜਿਹੜੇ ਕੇਂਦਰ ਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਨੇ, ਉਹਨਾਂ ਨੂੰ ਰੱਦ ਕਰਾਉਣ ਲਈ ਲਗਾਤਾਰ ਦੇਸ਼ ਭਰ ਦੇ ਕਿਸਾਨ ਦਿੱਲੀ ਦੀਆਂ ਬਰੂਆਂ ਤੇ ਬੈਠੇ ਨੇ ਤੇ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਨੇ। ਜਿਸ ਤਰ੍ਹਾਂ ਨਾਲ ਸ਼ਾਂਤਮਈ ਢੰਗ ਨਾਲ ਅੰਦੋਲਨ ਚੱਲ ਰਿਹਾ, ਅੱਜ ਵੀ ਜਿਹੜਾ ਚੱਕਾ ਜਾਮ ਕਰਕੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਵੀ ਇਹ ਕਾਨੂੰਨ ਜਿਹੜੇ ਨੇ ਇਹ ਕਿਸਾਨਾਂ ਲਈ ਗਲਤ ਨੇ, ਇਹਨਾਂ ਨੂੰ ਰੱਦ ਕੀਤਾ ਜਾਵੇ। ਅਸੀਂ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਦੇ ਬਾਹਰੋਂ ਦਿਖਾ ਰਹੇ ਹਾਂ, ਜਿੱਥੇ ਕਿ ਫਿਰੋਜ਼ਪੁਰ ਰੋਡ ਤੇ ਵੇਰਕਾ ਮਿਲਕ ਪਲਾਂਟ ਦੇ ਬਾਹਰ ਧਰਨਾ ਲਗਾ ਕੇ ਜਿਹੜੇ ਕਿਸਾਨ, ਮਜ਼ਦੂਰ, ਮੁਲਾਜ਼ਮ, ਔਰਤ ਜਥੇਬੰਦੀਆਂ ਤੇ ਇਹਨਾਂ ਵੱਲੋਂ ਧਰਨਾ ਲਗਾ ਕੇ ਇੱਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਲੁਧਿਆਣਾ ਤੋਂ ਕੈਮਰਾ ਪਰਸਨ ਰੋਹਿਤ ਦੇ ਨਾਲ ਤਰਸੇਮ ਭਾਰਤ। ਕਿਸਾਨੀ ਸੰਘਰਸ਼ ਹੈ ਜਿਹੜਾ ਕਾਫੀ ਲੰਬੇ ਸਮੇਂ ਤੋਂ ਜਾਰੀ ਹੈ। ਸੋ ਕਿਸਾਨ ਜਥੇਬੰਦੀਆਂ ਦੇ ਵੱਲੋਂ 6 ਫਰਵਰੀ ਨੂੰ ਯਾਨੀ ਕਿ ਅੱਜ 12 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਜਿਹੜਾ ਚੱਕਾ ਜਾਮ ਦਾ ਸੱਦਾ ਦਿੱਤਾ ਗਿਆ ਸੀਗਾ। ਸੋ ਆਪਾਂ ਗੱਲ ਕਰੀਏ, ਜਿਹੜੀ ਤਸਵੀਰਾਂ ਤੁਸੀਂ ਦੇਖ ਰਹੇ ਹੋ, ਅਸੀਂ ਇਸ ਵਕਤ ਲੁਧਿਆਣਾ ਜਿਹੜੇ ਲੱਡੂਵਾਲ ਟੋਲ ਪਲਾਜ਼ੇ ਦੇ ਉੱਤੇ ਖੜੇ ਹੋਏ ਹਾਂ। ਸੋ ਕਿਸਾਨ ਜਥੇਬੰਦੀਆਂ ਔਰ ਜਿਹੜੇ ਸ਼ਹਿਰ ਵਾਸੀ ਉਹਨਾਂ ਵੱਲੋਂ ਜਿਹੜਾ ਪੂਰਾ ਸਮਰਥਨ ਕੀਤਾ ਜਾ ਰਿਹਾ ਹੈ। ਸੋ ਆਪਾਂ ਜੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਕਿਸਾਨ ਜਿੰਦਾਬਾਦ ਤੇ ਮੁਰਦਾਬਾਦ ਦੇ ਨਾਅਰੇ ਲਾਏ ਜਾ ਰਹੇ ਨੇ। ਸੋ ਬੀਬੀਆਂ ਨਾਲ ਵੀ ਗੱਲਬਾਤ ਕਰਾਂਗੇ। ਮੋਦੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਤੁਸੀਂ ਕਰਦੇ ਪਏ ਹੋ? ਹੁਣ ਤਾਂ ਵੈਸੇ ਕੁਝ ਕਹਿਣ ਵਾਲੀ ਤਾਂ ਕੋਈ ਗੱਲ ਹੈ ਹੀ ਨਹੀਂ। ਕਿੰਨਾ ਟਾਈਮ ਹੋ ਗਿਆ ਸਾਰਿਆਂ ਨੂੰ ਬੈਠੇ, ਤਾਂ ਸਾਰਿਆਂ ਨੂੰ ਪਤਾ ਵੀ ਤੁਹਾਨੂੰ ਲੱਗਦਾ ਕਿ ਜਿਹੜੀਆਂ ਮੋਦੀ ਸਰਕਾਰ ਜਿਹੜੀ ਆਪਣੀਆਂ ਮੰਗਾਂ ਪੂਰੀਆਂ ਕਰੂਗੀ, ਜਿਹੜੇ ਕਾਲੇ ਕਾਨੂੰਨ ਹੈ ਵਾਪਸ ਕਰਾ ਕੇ ਹੀ ਜਾਣਵਾਂਗੇ। ਇਦਾਂ ਤਾਂ ਹੁਣ ਜਿਹੜੇ ਜੱਟ ਬੈਠੇ ਉੱਥੇ ਜਾ ਕੇ ਕਾਦੇ ਬੈਠੇ ਆ ਵਿਚਾਰੇ, 3 ਮਹੀਨੇ ਹੋ ਚਲੇ ਉਹਨਾਂ ਨੂੰ, ਸਿੱਧੂ ਬਾਰਡਰ ਤੇ ਜਾ ਕੇ, ਟਿਕਰੀ ਬਾਰਡਰ ਤੇ ਬੈਠੇ, ਸਾਰੇ ਮਨਾ ਕੇ ਹੀ ਉੱਠਣਗੇ। ਇਹ ਤਾਂ ਹੁਣ ਮੋਦੀ ਸਰਕਾਰ ਨੂੰ ਚਾਹੀਦਾ ਵੀ ਮੰਨ ਜਾਣ, ਆਪਣੇ ਆਪ ਹੀ ਮੰਨ ਜਾਣ, ਜਿੱਦਾਂ ਵੀ ਹੋ ਗਿਆ ਮਨਾ ਕੇ ਹਟਾਂਗੇ। ਹੋਰ ਵੀ ਸਾਡੇ ਨਾਲ ਲੇਡੀਜ਼ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਮਾਤਾ ਕੀ ਕਹਿਣਾ ਚਾਹੋਗੇ? ਕੁਛ ਨਹੀਂ, ਬਸ ਜਿਹੜੇ ਕਾਨੂੰਨ ਆ ਉਹ ਵਾਪਸ ਹੋਣੇ ਚਾਹੀਦੇ ਆ। ਮੋਦੀ ਸਰਕਾਰ ਨੂੰ ਹੁਣ ਮੰਨਣਾ ਚਾਹੀਦਾ। ਬਹੁਤ ਟਾਈਮ ਬੀਤ ਗਿਆ ਆ, ਘੱਟੋ ਘੱਟ ਸਾਲ ਬੀਤ ਚੁੱਕਾ ਆ ਨਾ। ਮੈਨੂੰ ਲੱਗਦਾ 25 ਮਾਰਚ ਤੋਂ ਅਸੀਂ ਆਪਣੇ ਪ੍ਰੋਟੈਸਟ ਕਰ ਰਹੇ ਹਾਂ, ਉਹਦੇ ਬਾਅਦ ਤਾਂ ਹੋਇਆ ਹੀ ਨਹੀਂ ਕੁਛ ਵੀ ਹਲੇ ਤਾਈਂ।
ਹੈਨਾ। ਤੁਸੀਂ ਹੁਣ ਕਿਹੜੇ ਮਤਲਬ ਕਿ ਪਿੰਡ ਕਿਹੜੀ ਸਾਈਡ ਤੋਂ ਆਏ ਅਸੀਂ ਰੋੜਕਾ ਕਲਾਂ ਤੋਂ ਆਏ ਰੋੜਕਾ ਕਲਾਂ ਹਾਂ। ਤੋਂ। ਹਾਂਜੀ। ਮਾਤੇ ਕੀ ਕਹਿਣਾ ਚਾਹੋਗੇ? ਸੋ ਜਿਹੜਾ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਜਾਰੀ ਹੈ, ਜਿਹੜਾ ਮੋਦੀ ਸਰਕਾਰ ਹੈ ਜਿਹੜੀ ਨਹੀਂ ਆਪਣੀਆਂ ਮੰਗਾਂ ਮੰਨ ਰਹੀ, ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ? ਅਸੀਂ ਤਾਂ ਮੋਦੀ ਸਰਕਾਰ ਨੂੰ ਬਹੁਤ ਘਟੀਆ ਤੌਰ ਤੇ ਦੇਖਦੇ ਹਾਂ, ਕਿਉਂਕਿ ਇੰਨਾ ਚਿਰ ਦੇ ਬੈਠੇ ਆ, ਮਨੁੱਖ ਨੂੰ ਮਨੁੱਖ ਸਮਝੇ ਵੀ ਜਿੰਨੇ ਚਿਰ ਦੇ ਉੱਥੇ ਸਿਆਣੇ 80 ਸਾਲ ਦੇ ਬਜ਼ੁਰਗ ਬੈਠੇ, ਪੂਰਾ ਸਾਲ ਬੀਤ ਗਿਆ। ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੂਗਾ, ਜਿੱਤ ਜਿੱਤ ਪੂਰੀ ਵਾਲੀ ਕਰਕੇ ਅਸੀਂ ਜਾਣੀ। ਵਧਾਂਗੇ, ਅਸੀਂ ਜਿੱਤ ਵਾਲੀ ਵਧਾਂਗੇ। ਸੋ ਇਹ ਸਨ ਸਾਡੇ ਨਾਲ ਕਿਸਾਨ ਜਥੇ ਲੇਡੀਜ਼ ਵੀ ਸਾਡੇ ਨਾਲ ਮੌਜੂਦ ਸਨ, ਉਹਨਾਂ ਨਾਲ ਗੱਲਬਾਤ ਕੀਤੀ। ਉਹਨਾਂ ਇਹ ਕਹਿਣਾ ਕਿ ਜਿਹੜੀਆਂ ਆਪਣਾ ਪੂਰੀਆਂ ਮੰਗਾਂ ਮਨਾ ਕੇ ਅਸੀਂ ਵਾਪਸ ਮੋੜਾਂਗੇ। ਤੇ ਉਧਰ ਲੁਧਿਆਣਾ ਦੇ ਦੁਗਰੀ ਇਲਾਕੇ ਦੇ ਵਿੱਚ ਵੀ ਸੰਯੁਕਤ ਮੋਰਚੇ ਦੇ ਸੱਦੇ ਤੇ ਚੱਕਾ ਜਾਮ ਕੀਤਾ ਗਿਆ, ਜਿਸ ਦੇ ਵਿੱਚ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਵੱਲੋਂ ਚੱਕੇ ਜਾਮ ਦੇ ਵਿੱਚ ਸ਼ਾਮਿਲ ਹੋ ਕੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਇੱਥੇ ਦੱਸ ਦਈਏ ਕਿ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਦੇ ਵਿੱਚ ਇਨਕਲਾਬ ਜ਼ਿੰਦਾਬਾਦ ਦੀਆਂ ਤਖਤੀਆਂ ਫੜ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਜਿਹੜਾ ਇਹ ਸੰਯੁਕਤ ਮੋਰਚੇ ਵੱਲੋਂ 32 ਜਥੇਬੰਦੀਆਂ ਵੱਲੋਂ ਧਰਨੇ ਦਾ ਐਲਾਨ, ਚੱਕਾ ਜਾਮ ਦਾ ਐਲਾਨ ਕੀਤਾ ਗਿਆ ਸੀ 12 ਤੋਂ 3, ਇਹ ਬਿਲਕੁਲ ਸਫਲਤਾਪੂਰਵਕ ਚੱਲ ਰਿਹਾ ਹੈ। ਇਹ ਜਿਹੜਾ ਧਰਨਾ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਕਰਕੇ ਹੈ। ਅਸੀਂ ਅੱਜ ਸਾਰਿਆਂ ਨੇ ਪੇਂਡੂ ਵਰਗ, ਸ਼ਹਿਰੀ ਵਰਗ, ਧਾਰਮਿਕ ਸਮਾਜਿਕ ਸਾਰੇ ਜਥੇਬੰਦੀਆਂ ਨੇ ਰਲ ਕੇ ਅੱਜ ਇਹ ਚੱਕਾ ਜਾਮ ਕੀਤਾ ਹੈ। ਤੇ ਜੇਕਰ ਕੇਂਦਰ ਸਰਕਾਰ ਨਹੀਂ ਮੰਨੇਗੀ, ਕਾਲੇ ਕਾਨੂੰਨ ਵਾਪਸ ਨਹੀਂ ਲਏਗੀ, ਤੇ ਧਰਨਾ ਇਸੇ ਤਰ੍ਹਾਂ ਹੀ ਜਿਹੜੀ ਵੀ ਸੰਯੁਕਤ ਮੋਰਚਾ ਸਾਨੂੰ ਹਦਾਇਤਾਂ ਦੇਗਾ, ਅਸੀਂ ਉਸ ਹਿਸਾਬ ਤੇ ਚੱਲਦੇ ਰਹਾਂਗੇ। ਤੇ ਉਧਰ ਲੁਧਿਆਣਾ ਦੇ ਹੀ ਭਰਤਨਗਰ ਚੌਂਕ ਦੇ ਵਿੱਚ ਵੀ ਕਿਸਾਨਾਂ ਤੇ ਵਕੀਲਾਂ ਦੇ ਵੱਲੋਂ ਮਿਲ ਕੇ ਇੱਕ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਚੱਕਾ ਜਾਮ ਕੀਤਾ ਗਿਆ। ਦੱਸ ਦਈਏ ਕਿ ਇਸ ਧਰਨਾ ਪ੍ਰਦਰਸ਼ਨ ਦੇ ਵਿੱਚ ਭਾਈ ਕਨਈਆ ਸੁਸਾਇਟੀ ਦੇ ਵੱਲੋਂ ਵੀ ਪ੍ਰਦਰਸ਼ਨ ਕਰਕੇ ਆਪਣਾ ਸਮਰਥਨ ਦਿੱਤਾ ਗਿਆ। ਇਸ ਦੌਰਾਨ ਹੀ ਉਹਨਾਂ ਨੇ ਕਾਰਪੋਰੇਟ ਘਰਾਣਿਆਂ ਤੇ ਨਿਸ਼ਾਨੇ ਸਾਧਦੇ ਹੋਏ ਕੇਂਦਰ ਸਰਕਾਰ ਨੂੰ ਵੀ ਘੇਰਿਆ। ਉਹਨਾਂ ਨੇ ਕੇਂਦਰ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਦੇ ਦੋਸ਼ ਲਗਾਏ ਨੇ। ਉਹਨਾਂ ਨੇ ਇਹ ਵੀ ਕਿਹਾ ਹੈ ਕਿ 26 ਜਨਵਰੀ ਨੂੰ ਦਿੱਲੀ ਦੇ ਵਿੱਚ ਹੋਈ ਹਿੰਸਾ ਦੇ ਵਿੱਚ ਕੇਂਦਰ ਸਰਕਾਰ ਦਾ ਹੱਥ ਹੈ। ਲੁਧਿਆਣਾ ਕਚਹਿਰੀ ਚੌਂਕ ਦੇ ਵਿੱਚ ਅਸੀਂ ਸਾਰਾ ਵਕੀਲ ਭਾਈਚਾਰਾ ਇਕੱਤਰ ਹੋਇਆ, ਜੋ ਕਿਸਾਨ ਜਿਹੜਾ ਅੰਦੋਲਨ ਹੈਗਾ ਉਸ ਨੂੰ ਇੱਕ ਵਧੀਆ ਦਿਸ਼ਾ ਦੇ ਵਿੱਚ ਲਿਜਾਣ ਦੇ ਲਈ, ਜੋ ਕਿਸਾਨੀ ਜਿਹੜੇ ਆਪਣੇ ਸਾਡੇ ਲੀਡਰ ਨੇ ਉਹਨਾਂ ਦੀ ਪਾਲਿਸੀ ਕਿ 12 ਤੋਂ 3 ਵਜੇ ਤਾਈਂ ਚੱਕਾ ਜਾਮ ਕਰਨਾ ਹੈ, ਉਹ ਅਸੀਂ ਅੱਜ ਇੱਥੇ ਕਰਨ ਆਏ ਹਾਂ ਕਚਹਿਰੀ ਚੌਂਕ ਦੇ ਵਿੱਚ। ਕਿ ਸਾਨੂੰ ਪਤਾ ਹੈ ਕਿ ਇਹ ਤਿੰਨੇ ਕਾਲੇ ਕਾਨੂੰਨ ਜਿਹੜੇ ਨੇ ਇਹ ਭਾਰਤ ਦੀ ਵਿਵਸਥਾ ਨੂੰ ਚੂਰ-ਮੂਰ ਇਹਨਾਂ ਨੇ ਕਰ ਦੇਣਾ ਹੈ। ਇਹ ਇਕੱਲਾ ਕਿਸਾਨੀ ਹੀ ਨਹੀਂ, ਇਹਨਾਂ ਨੇ ਸਾਰੇ ਹੀ ਜਿਹੜੇ ਖਿੱਤੇ ਨੇ ਉਹਨਾਂ ਦੇ ਪ੍ਰਭਾਵ ਪਾਉਣਾ ਹੈ। ਅੱਜ ਇਹ ਧਰਨਾ ਸਾਡੇ ਭਾਈ ਕਨਈਆ ਜੀ ਦੀ ਸੁਸਾਇਟੀ ਦੇ ਅੰਡਰ ਵਿੱਚ ਲਗਾਇਆ ਗਿਆ ਹੈ ਔਰ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਲਗਾਇਆ ਗਿਆ ਹੈ। ਸਾਡੀਆਂ ਮੰਗਾਂ ਇਹ ਨੇ ਕਿ ਕਾਲੇ ਕਾਨੂੰਨ ਵਾਪਸ ਲਏ ਜਾਣ। ਜਦ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੇ, ਇਹ ਧਰਨੇ ਇਸ ਤਰ੍ਹਾਂ ਹੀ ਚੱਲਦੇ ਰਹਿਣਗੇ। ਪੂਰੇ ਭਾਰਤ ਦੇ ਵਿੱਚ ਇਹ ਧਰਨੇ ਚੱਲਣਗੇ। ਸਾਰੇ ਐਡਵੋਕੇਟਸ ਅੱਜ ਇੱਥੇ ਧਰਨੇ ਤੇ ਤਾਂ ਬੈਠੇ ਆ ਕਿਉਂਕਿ ਸਾਡੇ ਕਿਸਾਨਾਂ ਨੂੰ ਇੰਨੇ ਠੰਡੇ ਮੌਸਮ ਦੇ ਵਿੱਚ ਦਿਨੇ ਰਾਤ ਬਾਹਰ ਦਿੱਲੀ ਦੀਆਂ ਸੜਕਾਂ ਤੇ ਬੈਠੇ ਹੋਏ ਆ ਤੇ ਸਰਕਾਰ ਦੇ ਕੰਨਾਂ ਤੇ ਜੂੰ ਵੀ ਨਹੀਂ ਸਿਰਕਰੀ। ਉਹਨੂੰ ਜਗਾਉਣ ਦੇ ਲਈ, ਸਰਕਾਰ ਨੂੰ ਜਗਾਉਣ ਦੇ ਲਈ ਅਸੀਂ ਇਹ ਪ੍ਰੋਟੈਸਟ ਕਰ ਰਹੇ ਹਾਂ, ਚੱਕਾ ਜਾਮ ਕਰ ਰਹੇ ਹਾਂ। ਇਹ ਜਿੱਦਾਂ ਸਾਡੇ ਕਿਸਾਨ ਆਗੂ ਸਾਨੂੰ ਅਗਵਾਈ ਕਰਨਗੇ, ਜਦ ਤੱਕ ਸਾਡੀ ਸਰਕਾਰ ਗੱਲਾਂ ਨਹੀਂ ਸੁਣਦੀ ਉਦ ਤੱਕ ਇਹ ਚੱਲਦੇ ਰਹਿਣਗੇ ਧਰਨੇ। ਤੇ ਉਧਰ ਲੁਧਿਆਣਾ ਦੇ ਵਿੱਚ ਜਲੰਧਰ ਹਾਈਵੇ ਤੇ ਦਲਿਤ ਭਾਈਚਾਰੇ ਦੇ ਵੱਲੋਂ ਵੀ ਕਿਸਾਨਾਂ ਦਾ ਜ਼ੋਰਦਾਰ ਸਮਰਥਨ ਕੀਤਾ ਗਿਆ। ਇਸ ਦੌਰਾਨ ਆਜ਼ਾਦ ਸਮਾਜ ਪਾਰਟੀ ਅਤੇ ਭੀਮ ਪਾਰਟੀ ਦੇ ਵੱਲੋਂ ਚੱਕਾ ਜਾਮ ਕਰਕੇ ਵੱਖ-ਵੱਖ ਵਰਗਾਂ ਨੂੰ ਇਸ ਚੱਕਾ ਜਾਮ ਦੇ ਵਿੱਚ ਸਮਰਥਨ ਦੇਣ ਦੇ ਲਈ ਅਪੀਲ ਕੀਤੀ ਗਈ। ਇਸ ਦੌਰਾਨ ਦੋਨੋਂ ਪਾਰਟੀਆਂ ਨੇ ਸਾਂਝੇ ਤੌਰ ਤੇ ਕਿਹਾ ਕਿ ਸਰਕਾਰ ਦੱਬੇ ਕੁਚਲੇ ਅਤੇ ਗਰੀਬਾਂ ਦੇ ਨਾਲ ਧੱਕੇਸ਼ਾਹੀ ਕਰ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਦੇ ਹੋਏ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ। ਅੱਜ ਪੂਰਾ ਦੇਸ਼ ਜਿਹੜਾ ਕਿਸਾਨ ਵਰਗ ਦੇ ਨਾਲ ਹੈ ਔਰ ਕਿਸਾਨ ਵਰਗ ਜਿਹੜਾ ਹੈਗਾ ਉਹ ਕਦੇ ਬੇਈਮਾਨੀ ਨਹੀਂ ਕਰ ਸਕਦਾ, ਕਿਉਂਕਿ ਬੜੀ ਸਿੱਧੀ ਗੱਲ ਹੈ, ਜੇ ਕਿਸਾਨ ਫਸਲ ਨੂੰ ਮਿਹਨਤ ਕਰਕੇ ਘੱਟ ਤਿਆਰ ਕਰੇਗਾ, ਬੀਜ ਮਾੜਾ ਪਾਏਗਾ, ਸੰਭਾਲ ਘੱਟ ਕਰੇਗਾ ਤਾਂ ਫਿਰ ਨੁਕਸਾਨ ਕਿਸਾਨ ਦਾ ਹੋਏਗਾ। ਇਸ ਕਰਕੇ ਕਿਸਾਨ ਜਿਹੜਾ ਪੂਰੀ ਇਮਾਨਦਾਰੀ ਨਾਲ ਦੇਸ਼ ਨੂੰ ਅੰਨ ਦੇ ਰਿਹਾ, ਸਾਰੇ ਲੋਕ ਉਹਦੇ ਨਾਲ ਹੈ, ਬਿਨਾਂ ਜਾਤ ਤੋਂ, ਬਿਨਾਂ ਧਰਮ ਤੋਂ, ਬਿਨਾਂ ਮਜ਼ਹਬ ਤੋਂ ਉੱਠ ਕੇ ਸਾਰੇ ਲੋਕ ਕਿਸਾਨਾਂ ਦੇ ਨਾਲ ਹੈ। ਅਸੀਂ ਚਾਹੁੰਦੇ ਹਾਂ ਕਿਸਾਨ ਮੋਰਚਾ ਫਤਿਹ ਹੋਣਾ ਚਾਹੀਦਾ ਔਰ ਮੋਦੀ ਨੂੰ ਬੰਦੇ ਦਾ ਪੁੱਤ ਬਣ ਕੇ ਆਪਣੀ ਹਾਰ ਮੰਨ ਲੈਣੀ ਚਾਹੀਦੀ ਹੈ, ਕਾਨੂੰਨ ਵਾਪਸ ਲੈਣਾ ਚਾਹੀਦਾ। ਧੰਨਵਾਦ। ਸਾਡੇ ਪਾਰਟੀ ਦੇ ਕੌਮੀ ਪ੍ਰਧਾਨ ਐਡਵੋਕੇਟ ਚੰਦਰ ਸ਼ੇਖਰ ਆਜ਼ਾਦ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਅਸੀਂ ਡਾਕਟਰ ਅੰਬੇਦਕਰ ਚੌਂਕ ਜਲੰਧਰ ਬਾਈਪਾਸ ਤੇ ਜਿਹੜਾ ਇਹ ਚੱਕਾ ਜਾਮ ਕੀਤਾ ਸਾਥੀਆਂ ਸਮੇਤ, ਕਿਉਂਕਿ ਅਸੀਂ ਕੇਂਦਰ ਸਰਕਾਰ ਨੂੰ ਇਹ ਅਪੀਲ ਕਰਨੀ ਚਾਹੁੰਦੇ ਹਾਂ ਵੀ ਇਹ ਜਿਹੜੇ ਕਾਲੇ ਕਾਨੂੰਨ ਤੁਸੀਂ ਬਣਾਏ ਨੇ ਕਿਸਾਨਾਂ ਦੇ, ਤੁਸੀਂ ਕਹਿੰਦੇ ਹੋ ਵੀ ਹੱਕ 'ਚ, ਜਿਨ੍ਹਾਂ ਨੂੰ ਇਹ ਕਾਨੂੰਨ
ਪਸੰਦ ਹੀ ਹੈ ਨਹੀਂਗੇ, ਉਹਨਾਂ ਦੇ ਮਾਫਕ ਹੀ ਹੈ ਨਹੀਂਗੇ, ਤਾਂ ਕਿਉਂ ਤੁਸੀਂ ਧੱਕੇਸ਼ਾਹੀ ਕਰਦੇ ਹੋ? ਇਸ ਕਰਕੇ ਪਾਰਲੀਮੈਂਟ ਹਾਊਸ ਚੱਲ ਰਿਹਾ, ਸੈਸ਼ਨ ਚੱਲ ਰਿਹਾ। ਅਸੀਂ ਕੇਂਦਰ ਸਰਕਾਰ ਨੂੰ ਅਪੀਲ ਬੇਨਤੀ ਕਰਦੇ ਹਾਂ ਵੀ ਤੁਸੀਂ ਇਹ ਜਿਹੜੇ ਕਾਲੇ ਕਾਨੂੰਨ ਬਣਾਏ ਨੇ, ਇਹਨਾਂ ਨੂੰ ਜਿਵੇਂ ਤੁਸੀਂ ਢਾਹ ਭੰਨ ਜੀ ਕਰਕੇ ਬਣਾਏ ਸੀ ਉਦਾਂ ਹੀ ਤੁਸੀਂ ਵਾਪਸ ਲੈ ਲਓ ਤਾਂ ਸੌਖੇ ਰਹੋਗੇ। ਤੇ ਉਧਰ ਲੁਧਿਆਣਾ ਦੇ ਕੈਲਾਸ਼ ਨਗਰ ਚੌਂਕ ਦੇ ਵਿੱਚ ਵੀ ਮੁਸਲਿਮ ਭਾਈਚਾਰੇ ਦੇ ਵੱਲੋਂ ਜ਼ਬਰਦਸਤ ਪ੍ਰਦਰਸ਼ਨ ਕਰਕੇ ਚੱਕਾ ਜਾਮ ਕੀਤਾ ਗਿਆ। ਇਸ ਦੌਰਾਨ ਇਹ ਪੂਰਾ ਪ੍ਰਦਰਸ਼ਨ ਬੜੇ ਹੀ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਕੀਤਾ ਗਿਆ। ਇਸ ਦੌਰਾਨ ਲੁਧਿਆਣਾ ਦੇ ਮੁਸਲਿਮ ਭਾਈਚਾਰੇ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਸਮਰਥਨ ਦਿੰਦੇ ਹੋਏ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਇਸ ਦੌਰਾਨ ਉਹਨਾਂ ਨੇ ਕੇਂਦਰ ਸਰਕਾਰ ਤੇ ਜੰਮ ਕੇ ਨਿਸ਼ਾਨੇ ਸਾਧੇ ਅਤੇ ਨਾਲ ਹੀ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ। मैं फिरोज मास्टर, राष्ट्रीय मजदूर कांग्रेस इंटक सेक्रेटरी पंजाब स्टेट, हौजरी लेबर प्रधान पंजाब स्टेट। आज पूरे देश के अंदर में जो किसानों के सपोर्ट में जो 12 बजे से लेकर के 3 बजे तक नेशनल हाईवे चक्का जाम का ऐलान किया गया था, तो आज उसके समर्थन में हम सभी लोग, तमाम मोहल्ले के देशवासी, किसान, आवाम, सभी लोग रोड पे बैठे हुए हैं नेशनल हाईवे पे। ये हमारा बस्ती जोधेवाल, कबीर नगर, कैलाश नगर चौक, इंडिया गेट के पास हम लोग खड़े हैं। तो आज तकरीबन हम लोग एकदम गाइडलाइंस के हिसाब से पूरी सपोर्ट के साथ, बगैर कोई एम्बुलेंस को रोके हुए, मरीज को रोके हुए, हम लोगों ने पूरा शांतिपूर्वक प्रोटेस्ट कर रहे हैं। आज जो पूरे देश के अंदर में जो ये मोदी सरकार जो अंग्रेज़ों के चमचागिरी कर रहे हैं और उसके नक्शे कदम पर चल रहे हैं और अडानी अंबानी के चमचागिरी कर रहे हैं और पूरे देश का हालत ख़राब करके रखा है, तो मैं इसकी कड़ी निंदा करता हूं और देशवासियों से अपील करता हूं कि इनको जल्द से जल्द गद्दी से उतारा जाए और जल्द से जल्द इसको हटाया जाए, नहीं तो ये देश को बेच के ये भाग जाएगा। ये ठीक बोल रहा था कि मैं फ़कीर हूँ, मोटा उठा के भाग जाऊँगा, ये मोटा उठा के नहीं भागेगा, ये देश को बेच के भागने वाला है। ये जब हमारे देश के अंदर में आज़ादी का सवाब चल रहा था, हमारे देशवासी बलिदान दे रहे थे और अंग्रेजों उसको गोलियां मार रहे थे, तो ये अंग्रेजों की तलवे चाट रहे थे। हमारे देशवासी भोले भाले 125 करोड़ देशवासियों को बहलाकर फुसलाकर एक चाय वाला बन करके और ये गद्दी पे बैठ गया और आज पूरे देश को सर्वनाश कर रहा है। मैं चाहता हूँ कि इसका तीनों काला कानून रद्द किया जाए और जो मजदूरों की मांग है, किसानों की मांग है, उसको पूरा किया जाए। भाजी ਜਿਹੜਾ ਚੱਕਾ ਜਾਮ ਕੀਤਾ ਹੈ ਇਹ ਕਿਸਾਨਾਂ ਨਾਲ ਜਿਹੜਾ ਬਦਤਮੀਜ਼ੀ ਕਰ ਰਿਹਾ ਮੋਦੀ ਸਰਕਾਰ, ਇਹਨੂੰ ਨਹੀਂ ਕਰਨਾ ਚਾਹੀਦਾ। ਇਦਾਂ ਸਾਰੇ ਲੋਕਾਂ ਨੂੰ ਇਹਨੇ ਪਰੇਸ਼ਾਨ ਕਰਕੇ ਰੱਖ ਦਿੱਤਾ ਹੈ। ਕਦੇ ਸੀਏ ਲੈ ਕੇ ਆਂਦਾ ਹੈ, ਕਦੇ ਐਨਆਰਸੀ ਲੈ ਕੇ ਆਂਦਾ ਹੈ, ਕਦੇ ਨੋਟਬੰਦੀ ਕਰ ਦਿੰਦਾ। ਸਾਰੀ ਜਨਤਾ ਨੂੰ ਇਹਨੇ ਪਰੇਸ਼ਾਨ ਕਰਕੇ ਰੱਖ ਦਿੱਤਾ ਜੀ। ਅਸੀਂ ਚਾਹੁੰਦੇ ਹਾਂ ਮੋਦੀ ਸਰਕਾਰ ਜੀ, ਜੇ ਤੁਹਾਡੇ ਕੋਲ ਕੁਰਸੀ ਨਹੀਂ ਸਾਂਭੀ ਜਾਂਦੀ ਹੈ, ਤੁਸੀਂ ਉਤਰ ਕੇ ਸਾਈਡ ਤੇ ਹੋ ਜਾਓ, ਕਿਸੇ ਹੋਰ ਨੂੰ ਸੰਭਾਲ ਲੂਗਾ ਬੰਦਾ ਜੀ। ਇਹ ਜਿਹੜਾ ਕੰਮ ਤੁਸੀਂ ਗਲਤ ਕਰ ਰਹੇ ਹੋ, ਇਹ ਕਾਨੂੰਨ ਨਹੀਂ ਚਾਹੀਦਾ ਸਾਨੂੰ, ਇਹ ਤਾਨਾ ਸਰਕਾਰ ਸਾਨੂੰ ਨਹੀਂ ਚਾਹੀਦੀ ਹੈ। ਇਹਨੂੰ ਤੁਸੀਂ ਪਾਸੇ ਕਰੋ ਜੇ ਤੁਹਾਡੇ ਕੋਲ ਨਹੀਂ ਸਾਂਭੀ ਜਾਂਦੀ ਹੈ। ਜੈ ਹਿੰਦ, ਜੈ ਭਾਰਤ। ਉਧਰ ਰਾਏਕੋਟ ਦੀ ਗੱਲ ਕਰੀਏ ਤਾਂ ਇੱਥੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਲੁਧਿਆਣਾ ਬਠਿੰਡਾ ਰਾਜਮਾਰਗ ਤੇ ਆਵਾਜਾਈ ਠੱਪ ਕਰਕੇ ਚੱਕਾ ਜਾਮ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਕੇਂਦਰ ਦੀ ਕਾਰਪੋਰੇਟ ਪੱਖੀ ਨੀਤੀਆਂ ਦੀ ਜੰਮ ਕੇ ਆਲੋਚਨਾ ਕੀਤੀ ਗਈ। ਇਸ ਦੇ ਨਾਲ ਹੀ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ 26 ਜਨਵਰੀ ਨੂੰ ਦਿੱਲੀ ਦੇ ਵਿੱਚ ਹੋਈ ਹਿੰਸਾ ਦੀ ਨਿਰਪੱਖ ਜਾਂਚ ਕਰਾਉਣ ਦੀ ਮੰਗ ਕੀਤੀ ਗਈ। ਅੱਜ ਇਹ ਜਿਹੜਾ ਕੱਟ ਕੀਤਾ, ਅਸੀਂ ਮੋਦੀ ਦੀ ਕੇਂਦਰ ਸਰਕਾਰ ਦੇ ਖਿਲਾਫ ਬਈ ਜੋ ਜੇਲ੍ਹਾਂ ਦੇ ਵਿੱਚ ਫੜ ਕੇ ਉੱਥੇ 26 ਤਰੀਕ ਤੋਂ ਬਾਅਦ ਨੌਜਵਾਨਾਂ ਦੇ ਤਸ਼ੱਦਦ ਸ਼ੁਰੂ ਕੀਤਾ, ਬੰਦ ਕੀਤਿਆ, ਉਹਨਾਂ ਦੇ ਟਰੈਕਟਰ ਟਰਾਲੀਆਂ ਸੰਦਾਂ ਜਿਹੜੇ ਜ਼ਬਤ ਕੀਤੇ ਆ ਤੇ ਕੁਝ ਬੰਦੇ ਜਿਹੜੇ ਗੁੰਮ ਆ ਲੱਭ ਨਹੀਂ ਰਹੇ, ਉਹਨਾਂ ਨੂੰ ਰਿਹਾ ਕੀਤਾ ਜਾਵੇ। ਇੱਕ ਸਾਜ਼ਗਰ ਜਿਹੜਾ ਵਾਤਾਵਰਨ ਆ ਉਹ ਪੈਦਾ ਕੀਤਾ ਜਾਵੇ ਤੇ ਗੱਲਬਾਤ ਰਾਹੀਂ ਇਹ ਜੋ ਖੇਤੀ 3 ਕਾਲੇ ਕਾਨੂੰਨ ਆ ਜਿਨ੍ਹਾਂ ਨੂੰ ਆਪਾਂ ਕਿਸਾਨਾਂ ਦੀ ਮੌਤ ਦੇ ਵਾਰੰਟ ਕਹਿੰਦੇ ਆ, ਇਹਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਜੋ ਦੇਸ਼ ਦੇ ਅੰਦਰ ਇਹ ਵਿਰੋਧ ਵੱਧ ਰਿਹਾ, ਇਹਨੂੰ ਸ਼ਾਂਤ ਕੀਤਾ ਜਾਵੇ, ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਹਨੇਰੀ ਆ ਇਹ ਮੋਦੀ ਦੀ ਹਕੂਮਤ ਨੂੰ ਰੋੜ ਕੇ ਲੈ ਜੂਗੀ। ਇਸ ਲਈ ਅੱਜ ਦੇ ਇਕੱਠ ਆ ਜਿਹੜੇ ਇਹ ਚੇਤਾਵਨੀ ਦਿੰਦੇ ਆ ਕਿ ਮਾਹੌਲ ਨੂੰ ਸਾਜ਼ਗਾਰ ਕਰਕੇ ਕਿਸਾਨਾਂ ਦੀਆਂ ਗੱਲਬਾਤ ਸੁਣ ਕੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਤੁਰੰਤ ਮੰਨੀਆਂ ਜਾਣ, ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ। ਤੇ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਵਧਦੇ ਹਾਂ ਅਗਲੀ ਖਬਰ ਦੇ ਵੱਲ।
ਉਧਰ ਖੰਨਾ ਦੇ ਵਿੱਚ ਵੀ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਜ਼ਬਰਦਸਤ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਇੱਥੇ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਚੱਕਾ ਜਾਮ ਕੀਤਾ ਗਿਆ। ਇਸ ਦੌਰਾਨ ਭਾਜਪਾ ਪਾਰਟੀ ਛੱਡ ਕੇ ਆਏ ਰਾਜਕੁਮਾਰ ਦੇ ਵੱਲੋਂ ਕਿਸਾਨਾਂ ਦਾ ਸਮਰਥਨ ਦਿੱਤਾ ਗਿਆ। ਇਸ ਦੇ ਨਾਲ ਹੀ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਅਤੇ ਹਰ ਵਰਗ ਦੇ ਵੱਲੋਂ ਸਾਂਝਾ ਮੋਰਚਾ ਬਣਾਉਂਦੇ ਹੋਏ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਕਿਸਾਨਾਂ ਵੱਲੋਂ ਅੱਜ 6 ਫਰਵਰੀ ਨੂੰ 12 ਤੋਂ ਲੈ ਕੇ 3 ਵਜੇ ਤੱਕ ਜਿਹੜੀ ਹੈਗੀ ਹੈ ਚੱਕਾ ਜਾਮ ਦੀ ਕਾਲ ਦਿੱਤੀ ਗਈ ਸੀ, ਜਿਸ ਨੂੰ ਲੈ ਕੇ ਅੱਜ ਗੱਲ ਕਰੀਏ ਖੰਨਾ ਦੇ ਨੈਸ਼ਨਲ ਹਾਈਵੇ ਤੇ। ਇਸ ਵਕਤ ਅਸੀਂ ਜਿਹੜੇ ਹੈਗੇ ਖੰਨਾ ਦੇ ਨੈਸ਼ਨਲ ਹਾਈਵੇ ਤੇ ਖੜੇ ਆ, ਜਿੱਥੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ ਹੈ। ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਜਿਹੜੀਆਂ ਧਰਨੇ ਤੇ ਬੈਠੀਆਂ ਨੇ। ਵੱਖ-ਵੱਖ ਕਿਸਾਨ ਜਥੇਬੰਦੀਆਂ ਇਸ ਦਰਮਿਆਨ ਜਿਹੜੇ ਹੈਗੇ ਧਰਨਾ ਦੇ ਰਹੀਆਂ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਾਡੇ ਨਾਲ ਸਭ ਤੋਂ ਪਹਿਲਾਂ ਸੂਬਾ ਪ੍ਰਧਾਨ ਰਜਿੰਦਰ ਸਿੰਘ ਬੈਨੀਪਾਲ ਦੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜੀ ਪ੍ਰਧਾਨ ਸਾਹਿਬ, ਕੀ ਕਹੋਗੇ ਅੱਜ ਦੇ ਜਿਹੜੇ ਹੈਗੇ ਤੁਸੀਂ ਚੱਕਾ ਜਾਮ ਦੀ ਕਾਲ ਦਿੱਤੀ ਗਈ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਪਹਿਲਾਂ ਮੈਂ ਤੁਹਾਡਾ ਧੰਨਵਾਦੀ ਹਾਂ ਸਾਰਿਆਂ ਦਾ, ਮੀਡੀਆ ਵਾਲਿਆਂ ਦਾ, ਜਿਹੜੇ ਸਾਡੀ ਆਵਾਜ਼ ਨੂੰ ਉੱਚੀ ਚੱਕਦੇ ਹੋ। ਅੱਜ ਅਸੀਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀ ਹੋਈ ਕਾਲ ਨੂੰ ਚੱਕਾ ਜਾਮ ਕਰਨ ਲੱਗਿਆ ਖੰਨੇ ਜੀਟੀ ਰੋਡ ਦੇ ਉੱਪਰ। ਬੜੇ ਭਾਰੀ ਇਕੱਠ ਦੇ ਵਿੱਚ ਲੋਕ ਆਏ ਨੇ। ਮੇਰੇ ਨੌਜਵਾਨ ਵੀਰ ਇਸ ਅੰਦੋਲਨ ਦੇ ਵਿੱਚ ਆਏ ਨੇ ਕਿਉਂਕਿ ਇੱਥੋਂ ਦੀ ਮੋਦੀ ਸਰਕਾਰ ਨੇ 3 ਕਾਲੇ ਕਾਨੂੰਨ ਬਣਾਏ ਨੇ। ਉਹਨਾਂ ਨੂੰ ਰੱਦ ਕਰਾਉਣ ਲਈ 26 ਤਰੀਕ ਤੋਂ ਤਕਰੀਬਨ 2.5 ਮਹੀਨੇ ਤੋਂ ਵੱਧ ਹੋ ਗਏ ਸਾਡੇ ਕਿਸਾਨਾਂ ਨੂੰ, ਦਿੱਲੀ ਬੈਠਿਆਂ ਨੂੰ ਦਿੱਲੀ ਘੇਰੀ ਹੋਈ ਹੈ। ਮੋਦੀ ਸਰਕਾਰ ਨੇ ਕਈ ਮੀਟਿੰਗਾਂ ਕਰੀਆਂ ਪਰ ਉਹਨਾਂ ਦਾ ਕੋਈ ਹੱਲ ਨਹੀਂ ਹੋਇਆ। ਅਸੀਂ ਉਹਨਾਂ ਨੂੰ ਰੱਦ ਕਰਾਉਣ ਲਈ ਬੈਠੇ ਹਾਂ। 26 ਜਨਵਰੀ ਤੋਂ ਬਾਅਦ ਪੰਜਾਬ ਨੇ, ਹਰਿਆਣੇ ਨੇ, ਉੱਤਰਾਂਚਲ ਨੇ, ਯੂਪੀ ਨੇ, ਬਿਹਾਰ ਨੇ ਵੱਡੀ ਉੱਥੇ ਭਾਰੀ ਦੇ ਵਿੱਚ ਇਕੱਠ ਕਰਿਆ, ਪਰ ਇੱਥੋਂ ਦੀ ਸਰਕਾਰ ਡਰ ਚੁੱਕੀ ਹੈ। ਅੰਦੋਲਨ ਸਾਡਾ ਉੱਚਾ ਬਹੁਤ ਹੋ ਗਿਆ, ਜਿੱਤ ਵੱਲ ਵੱਧ ਰਿਹਾ। ਅਸੀਂ ਜਿੱਤਾਂਗੇ, ਕਾਨੂੰਨ ਵਾਪਸ ਕਰਾ ਕੇ ਹਟਾਂਗੇ, ਭਾਵੇਂ ਸਾਨੂੰ 2 ਮਹੀਨੇ ਲੱਗ ਜਾਣ, ਭਾਵੇਂ 3 ਮਹੀਨੇ ਲੱਗ ਜਾਣ। ਜਿੰਨਾ ਚਿਰ ਇਹ ਕਾਨੂੰਨ ਰੱਦ ਨਹੀਂ ਹੋਣਗੇ ਉਹਨਾਂ ਚਿਰ ਅਸੀਂ ਵਾਪਸ ਨਹੀਂ ਆਵਾਂਗੇ। ਪ੍ਰਧਾਨ ਜੀ, ਇੱਕ ਜਿਹੜੀ ਹੈਗੀ ਆ ਸਰਕਾਰ ਵੱਲੋਂ ਇੰਟਰਨੈਟ ਸੇਵਾ ਜਿਹੜੀ ਹੈ ਟਿਕਰੀ ਬਾਰਡਰ ਜਾਂ ਹੋਰ ਬਾਰਡਰਾਂ ਤੇ ਬੰਦ ਕੀਤੀ ਗਈ ਸੀਗੀ। ਕਿਸਾਨਾਂ ਦੀ ਜਿਹੜੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਰ-ਬਾਰ, ਕੀ ਕਹੋਗੇ ਤੁਸੀਂ ਇਹਦੇ ਬਾਰੇ? ਸਰਕਾਰ ਨੇ ਤਾਂ ਬਹੁਤ ਹੀ ਕਈ ਕਿਸਮ ਦੀਆਂ ਘਿਨਾਉਣੀਆਂ ਹਰਕਤਾਂ ਕਰੀਆਂ ਸੀ। ਮੈਂ ਇੱਕ ਚੀਜ਼ ਦੀ ਹੋਰ ਵੀ ਨਿੰਦਾ ਕਰਨੀ ਚਾਹੁੰਦਾ। 26-27 ਤਰੀਕ ਨੂੰ ਕੁਝ RSS ਦੇ ਗੁੰਡੇ ਪੁਲਿਸ ਦੀ ਵਰਦੀ ਪਾ ਕੇ ਸਾਡੇ ਟੈਂਟਾਂ ਦੇ ਵਿੱਚ ਪੜੇ, ਤੰਬੂ ਪਾੜੇ, ਇੱਟਾਂ ਬੱਟੇ ਮਾਰੇ, ਬੰਬ ਵੀ ਸੁੱਟੇ, ਪਰ ਕਿਸਾਨ ਸ਼ਾਂਤਮਈ ਢੰਗ ਨਾਲ ਅੰਦੋਲਨ ਚਲਾਉਂਦੇ ਰਹੇ। ਸਰਕਾਰ ਚਾਹੁੰਦੀ ਸੀ ਵੀ ਕੋਈ ਕਿਸੇ ਕਿਸਮ ਦੀ ਗੜਬੜ ਹੋਵੇ, ਇਸ ਲਈ ਉਹਨਾਂ ਨੇ ਨੈੱਟ ਬੰਦ ਕੀਤਾ ਸੀ ਵੀ ਇਹ ਪਿੰਡਾਂ 'ਚ ਸੁਨੇਹੇ ਨਾ ਦੇ ਸਕਣ। ਪਰ ਸਰਕਾਰ ਇੰਨੀ ਡਰ ਗਈ ਆ, ਇਹਨਾਂ ਨੇ ਵੱਡੇ ਬੈਰੀਅਰ ਲਾਏ ਹੋਏ ਨੇ। ਮੈਨੂੰ ਸਮਝ ਨਹੀਂ ਆਉਂਦਾ ਵੀ ਇੰਨਾ ਪੈਸਾ ਇਹ ਕਿਉਂ ਫਜ਼ੂਲ ਖਰਚ ਕਰ ਰਹੇ ਨੇ, ਇਹ ਕਿਹਨੂੰ ਬੰਦ ਕਰ ਰਹੇ ਨੇ ਦੇਸ਼ ਨੂੰ, ਕਿਉਂਕਿ ਦੇਸ਼ ਦੇ ਨਾਗਰਿਕ ਉੱਥੇ ਸੜਕਾਂ ਦੇ ਉੱਤੇ ਜੀ ਲੰਘਦੇ ਨੇ। ਇਹ ਬੈਰੀਅਰ ਲਾ ਕੇ ਇਹਨਾਂ ਨੇ ਜਾਣਾ ਕਿਲਿਆ। ਸਰਕਾਰ ਤਾਂ ਬਿਲਕੁਲ ਡਰ ਚੁੱਕੀ ਹੈ। ਜੇ ਗੱਲ ਕਰੀਏ, ਸਰਕਾਰ ਹੈਗੀ ਆ ਬਾਰ-ਬਾਰ ਜਿਹੜੀ ਹੈਗੀ ਆਵਾਜ਼ਾਂ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਸਾਨਾਂ ਦੀ। ਰਾਹ ਤੇ ਤੁਸੀਂ ਕਹਿ ਰਹੇ ਹੋ ਜਿਵੇਂ ਹੈਗੇ ਮੇਖਾਂ ਲਾਤੀਆਂ, ਵੱਡੀਆਂ ਕੰਧਾਂ ਖੜੀਆਂ ਕਰ ਦਿੱਤੀਆਂ। ਉਸ ਤੋਂ ਪਹਿਲਾਂ ਜਿਹੜੇ ਹੈਗੇ ਬੀਜੇਪੀ ਦੇ ਜਾਂ ਕੁਝ ਹੋਰ ਜਿਹੜੇ ਹੈਗੇ ਅਨਸਰ ਨੇ, ਉਹਨਾਂ ਵੱਲੋਂ ਕਿਸਾਨਾਂ ਦੇ ਜਿਹੜੇ ਹੈਗੇ ਟੈਂਟਾਂ ਤੇ ਹਮਲੇ ਵੀ ਕੀਤੇ ਗਏ। ਕੀ ਕਹੋਗੇ ਉਹਦੇ ਬਾਰੇ ਤੁਸੀਂ? ਮੈਂ ਜਿਹੜੇ ਬੀਜੇਪੀ ਦੇ ਗੁੰਡਿਆਂ ਨੇ ਜਾਂ ਨਿੰਦਾ ਕਰਦਾ ਮੋਦੀ ਸਰਕਾਰ ਨੂੰ। ਜਿਹੜੇ ਬੰਦਿਆਂ ਨੇ ਪੁਲਿਸ ਦੀ ਵਰਦੀ ਪਾ ਕੇ RSS ਨੇ ਉੱਥੇ ਗੁੰਡਾਗਰਦੀ ਕਰੀ ਸੀ, ਉਹਨਾਂ ਦੇ ਪਰਚੇ ਦਰਜ ਕਰਨੇ ਚਾਹੀਦੇ ਨੇ, ਉਹਨਾਂ ਦੇ ਲਗਾਮ ਲਾਉਣੀ ਚਾਹੀਦੀ ਆ, ਉਹਨਾਂ ਨੂੰ ਅੰਦਰ ਭੇਜਣਾ ਚਾਹੀਦਾ, ਕਿਉਂਕਿ ਕਿਸਾਨ ਭਰੇ ਪੀਤੇ ਬੈਠੇ ਨੇ। ਕੱਲ ਨੂੰ ਕੋਈ ਕਿਸੇ ਕਿਸਮ ਦਾ ਬਹੁਤ ਵੱਡਾ ਟਾਕਰਾ ਹੋ ਸਕਦਾ, ਕਿਉਂਕਿ ਕਿਸਾਨਾਂ ਦੇ ਮਨ 'ਚ ਵੀ ਦੁੱਖ ਹੈ। ਜਿਹੜਾ ਸਾਡੇ ਪੰਜਾਬ ਦਾ ਕਿਸਾਨ ਹੈ, ਇਹ ਕਦੇ ਵੀ ਇਹਨੇ ਅੱਜ ਤੱਕ ਆਪਣੇ ਉੱਤੇ ਜ਼ੁਲਮ ਨਹੀਂ ਝੱਲਿਆ, ਨਾ ਝੱਲਣਾ। ਜੇ ਕੱਲ ਨੂੰ ਇਹ ਫੇਰ ਕਰਨਗੇ ਤਾਂ ਅਸੀਂ ਲਾਠੀ ਦਾ ਜਵਾਬ ਦੇਵਾਂਗੇ। ਜਿਸ ਤਰ੍ਹਾਂ ਕਿ ਸੰਘਰਸ਼ ਕਰਦੇ ਨੂੰ ਕਾਫੀ ਆਪਾਂ ਨੂੰ ਲੰਮਾ ਸਮਾਂ ਹੋ ਚੁੱਕਿਆ। ਰੇਲਵੇ ਸਟੇਸ਼ਨ ਤੇ ਵੀ ਧਰਨੇ ਦਿੱਤੇ ਗਏ, GT ਰੋਡ ਤੇ ਪਹਿਲਾਂ ਵੀ ਜਿਹੜਾ ਹੈਗਾ ਇੱਕ ਧਰਨਾ ਦਿੱਤਾ ਗਿਆ, ਰੇਲਵੇ ਟਰੈਕ ਜਾਮ ਕੀਤੇ ਗਏ। ਸਰਕਾਰ ਜਿਹੜੀ ਹੈਗੀ ਇੰਨਾ ਸਮਾਂ ਕਿਉਂ ਲਾ ਰਹੀ ਹੈ, ਕਿਉਂ ਜਿਹੜੇ ਹੈਗੇ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ ਹੈਗੀ? ਸਰਕਾਰ ਇਸ ਅੰਦੋਲਨ ਨੂੰ ਲੰਬਾ ਕਰ ਰਹੀ ਆ। ਕਿਉਂ ਕਰ ਰਹੀ ਆ? ਕਿਉਂਕਿ ਇੱਥੋਂ ਦੀਆਂ ਪੋਲੀਟੀਕਲ ਪਾਰਟੀਆਂ ਸਾਡੀ ਬੈਕ ਤੇ ਚਲੀਆਂ ਗਈਆਂ। ਪੋਲੀਟੀਕਲ ਪਾਰਟੀਆਂ ਵੀ ਇੱਥੋਂ ਦੀ ਸਰਕਾਰ ਨਾਲ ਰਲੀਆਂ ਹੋਈਆਂ ਨੇ। ਉਹ ਕਿਸਾਨਾਂ ਦੇ ਹੱਕ 'ਚ ਕੋਈ ਵੀ ਪਾਰਟੀ ਨਹੀਂ ਬੋਲਦੀ। ਕਾਨੂੰਨ ਹੋ ਗਏ, ਲਾਗੂ ਹੋ ਗਏ ਕਾਨੂੰਨ। ਜੇਕਰ ਪੋਲੀਟੀਕਲ ਪਾਰਟੀਆਂ ਸਾਡੇ ਨਾਲ ਰਲਦੀਆਂ ਤਾਂ ਹੁਣ ਨੂੰ ਕੱਦਾ ਫੈਸਲਾ ਹੋ ਜਾਣਾ ਸੀ। ਉਹ ਡਰਦੀਆਂ ਨੇ ਕਿ ਕੱਲ੍ਹ ਨੂੰ ਕਿਸਾਨੀ ਝੰਡਾ ਇਕੱਠਾ ਹੋ ਕੇ ਕਿਸਾਨ, ਨੌਜਵਾਨ
ਜਾਗ ਚੁੱਕਿਆ ਵੀ ਇਕੱਠੇ ਹੋ ਕੇ ਕਿਤੇ ਕੱਲ ਨੂੰ ਇਲੈਕਸ਼ਨ ਨਾ ਲੜ ਲੈਣ, ਸਾਨੂੰ ਇਹ ਭਜਾ ਦੇਣਗੇ। ਇਹਨਾਂ ਲੋਕਾਂ ਨੂੰ, ਚੋਰਾਂ ਨੂੰ ਡਰ ਹੋ ਗਿਆ। ਪਰ ਹੋਣਾ ਵੀ ਇੱਕ ਦਿਨ ਇਹੀ ਆ, ਕਿਉਂਕਿ ਅੰਦੋਲਨ ਬਹੁਤ ਉੱਚਾ ਹੋ ਗਿਆ। ਦਿੱਲੀ ਦੀ ਸਰਕਾਰ ਨਿਕਲੀ ਸੀ ਅੰਨਾ ਹਜ਼ਾਰੇ ਦੇ ਅੰਦੋਲਨ ਚੋਂ, ਹੁਣ ਸਾਡੇ ਅੰਦੋਲਨ ਚੋਂ ਇੱਕ ਨਵੀਂ ਸਰਕਾਰ ਨਿਕਲੂਗੀ, ਨੌਜਵਾਨਾਂ ਦੀ ਸਰਕਾਰ ਆਊਗੀ ਜਿਹੜੀ ਇਹ ਦੇਸ਼ ਨੂੰ ਸੇਧ ਦੇਊਗੀ। ਉਧਰ ਰਾਏਕੋਟ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਜ਼ਬਰਦਸਤ ਚੱਕਾ ਜਾਮ ਦੇਖਣ ਨੂੰ ਮਿਲਿਆ। ਇੱਥੇ BKU ਏਕਤਾ, ਕਾਦੀਆਂ ਤੇ ਡਕੌਤਾ ਦੇ ਵੱਲੋਂ ਸਾਂਝੇ ਤੌਰ ਤੇ ਮੋਰਚਾ ਲਗਾਇਆ ਗਿਆ, ਜਿਸ ਦੀ ਅਗਵਾਈ ਮਹਿੰਦਰ ਸਿੰਘ ਕਮਾਲਪੁਰਾ ਦੇ ਵੱਲੋਂ ਕੀਤੀ ਗਈ। ਇਸ ਦੌਰਾਨ ਰਾਏਕੋਟ ਬਰਨਾਲਾ ਜਗਰਾਉਂ ਰੋਡ ਤੇ ਜ਼ਬਰਦਸਤ ਜਾਮ ਲਗਾ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਕੇਂਦਰ ਦੇ ਕੰਨ ਖੋਲਣ ਦੇ ਲਈ ਕਿਸਾਨਾਂ ਦੇ ਵੱਲੋਂ ਟਰੈਕਟਰਾਂ ਦੇ ਹਾਰਨ ਵਜਾਏ ਗਏ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਦੱਸ ਦਈਏ ਕਿ ਹਾਰਨ ਲਗਾਤਾਰ 1 ਮਿੰਟ ਤੱਕ ਵਜਾਏ ਗਏ। ਇਹ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਭਰ ਦੇ ਵਿੱਚ ਅੱਜ ਕਾਲ ਸੀ ਕਿ ਚੱਕਾ ਜਾਮ ਕੀਤੇ ਜਾਣਗੇ। ਇਹਦਾ ਮਕਸਦ ਇਹ ਹੈ ਕਿ ਇੱਕ ਤਾਂ ਜੋ 26 ਜਨਵਰੀ ਨੂੰ ਸਾਡੇ ਬੇਗੁਨਾਹ ਨੌਜਵਾਨਾਂ ਨੂੰ ਸਰਕਾਰ ਨੇ ਗ੍ਰਿਫਤਾਰ ਕੀਤਾ ਹੋਇਆ, ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ, ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰਨ ਸੰਬੰਧੀ। ਦੂਸਰਾ, ਜੋ ਸਾਡੇ ਕਿਸਾਨ ਆਗੂਆਂ ਦੇ ਉੱਪਰ ਨਜਾਇਜ਼ ਝੂਠੇ ਪਰਚੇ ਦਰਜ ਕੀਤੇ ਗਏ ਨੇ, ਉਹਨਾਂ ਨੂੰ ਬਿਨਾਂ ਸ਼ਰਤ ਰੱਦ ਕਰਨ ਲਈ। ਤੀਸਰਾ, ਜੋ ਮੇਨ ਸਾਡਾ ਸੰਘਰਸ਼ ਚੱਲ ਰਿਹਾ ਕਿ ਜੋ ਕਾਲੇ ਕਾਨੂੰਨ ਮੋਦੀ ਸਰਕਾਰ ਵੱਲੋਂ ਬਣਾਏ ਗਏ ਨੇ, ਪੂਰੇ ਭਾਰਤ ਦੇ ਵਿੱਚ ਅਮਨ ਸ਼ਾਂਤੀ ਬਣਾਏ ਰੱਖਣ ਲਈ ਉਹਨਾਂ ਨੂੰ ਬਿਨਾਂ ਦੇਰੀ, ਬਿਨਾਂ ਕਿਸੇ ਸ਼ਰਤ ਦੇ ਰੱਦ ਕਰਨ ਸੰਬੰਧੀ ਇਹ ਸਾਡਾ ਸੰਘਰਸ਼ ਚੱਲ ਰਿਹਾ। ਉਸ ਦੇ ਮਕਸਦ ਦੇ ਵਿੱਚ ਹੀ ਅੱਜ ਬਲਾਕ ਰਾਏਕੋਟ ਦੇ ਦਰਜਨਾਂ ਪਿੰਡਾਂ ਵਿੱਚੋਂ ਹਜ਼ਾਰਾਂ ਕਿਸਾਨ, ਨੌਜਵਾਨ, ਮਰਦ, ਔਰਤਾਂ, ਨੌਜਵਾਨ ਬੀਬੀਆਂ ਇਸ ਸੰਘਰਸ਼ ਦੇ ਵਿੱਚ ਪਹੁੰਚੀਆਂ ਨੇ ਤੇ ਸੰਘਰਸ਼ ਸਾਡਾ ਸਫਲਤਾਪੂਰਵਕ ਜਿੱਤ ਵੱਲ ਵਧਦਾ ਹੋਇਆ ਆ ਰਿਹਾ। ਕਿਸਾਨੀ ਸੰਘਰਸ਼ ਨੂੰ ਸਾਡਾ ਜਿਹੜਾ ਸੰਘਰਸ਼ ਆ ਇਹ ਬਹੁਤ ਮਜ਼ਬੂਤੀ ਨਾਲ ਚੱਲ ਰਿਹਾ ਤੇ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ। ਸਾਡਾ ਵੀਰਾਂ ਭੈਣਾਂ ਦਾ ਏਕਾ ਗਾ, ਸਾਡੇ ਨਾਲ ਸਾਡੀ ਭੈਣ ਰਹਾਨਾ ਵੀ ਜੁੜ ਚੁੱਕੀ ਆ। ਹੁਣ ਜਿਹਨੂੰ ਬਹੁਤ ਲੋਕ 10 ਕਰੋੜ ਤੋਂ ਵੱਧ ਲੋਕ ਫੋਲੋ ਕਰ ਰਹੇ ਆ ਤੇ ਇਹ ਸਾਡੀ ਜਿਹੜੀ ਜਿੱਤ ਆ ਇਹ ਯਕੀਨੀ ਆ ਤੇ ਇਹਦੇ ਵਿੱਚ ਕੋਈ ਦੋ ਰਿਆ ਨਹੀਂ। ਮੋਦੀ ਨੂੰ ਹਾਰ ਮੰਨਣੀ ਪੈਣੀਆਂ, ਕਾਲੇ ਕਾਨੂੰਨ ਸਾਡੇ ਰੱਦ ਹੋਣਗੇ। ਉਧਰ ਰਾਏਕੋਟ ਦੇ ਪਿੰਡ ਬੁਰਜ ਹਕੀਮਾ ਵਿੱਚ ਕਿਸਾਨ ਦੇ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾਂਦਾ ਹੈ ਕਿ ਆਰਥਿਕ ਤੰਗੀ ਤੋਂ ਪਰੇਸ਼ਾਨ ਕਿਸਾਨ ਵੱਲੋਂ ਦਰਖਤ ਦੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ। ਉਧਰ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕਰਦੇ ਹੋਏ ਕੇਸ ਦਰਜ ਕੀਤਾ ਗਿਆ ਅਤੇ ਨਾਲ ਹੀ ਕਿਸਾਨ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪੀ ਗਈ। ਦੱਸਿਆ ਜਾਂਦਾ ਹੈ ਕਿ ਹੁਣ ਪਰਿਵਾਰ ਦੇ ਵੱਲੋਂ ਸਰਕਾਰ ਨੂੰ ਆਰਥਿਕ ਮਦਦ ਦੀ ਅਪੀਲ ਕੀਤੀ ਗਈ ਹੈ। ਇਹ ਆਪਣੇ ਗੁਰਵਿੰਦਰ ਸਿੰਘ ਆਪਣੇ ਟੈਕਸੀਆਂ ਦਾ ਕੰਮ ਕਰਦਾ ਹੁੰਦਾ ਸੀਗਾ, ਕਿਰਾਇਆ ਲੈ ਕੇ ਦਿੱਲੀ ਵਗੈਰਾ ਨੂੰ ਜਾਂਦਾ ਸੀਗਾ। ਮਤਲਬ ਕਿ ਮਿਹਨਤਕਸ਼ ਇਨਸਾਨ ਸੀ। ਮਿਹਨਤਕਸ਼ ਸੀ। ਮਾੜਾ ਮੋਟਾ 2-2.5 ਕਿੱਲੇ ਇਹਨਾਂ ਕੋਲ ਜ਼ਮੀਨ ਦੇ ਸੀਗੇ ਤੇ ਗੋਭੀ ਗਾਭੀ ਲਾਈ ਹੋਈ ਸੀ ਹੁਣ ਇਹਦੀ ਆਪ ਦੀ। ਤੇ ਥੋੜ੍ਹੇ ਦਿਨਾਂ ਤੋਂ ਹੁਣ ਗੱਡੀਆਂ ਲੋਕਡਾਊਨ ਕਰਕੇ ਇਹਦਾ ਜਿਹੜਾ ਗੱਡੀਆਂ ਦਾ ਕੰਮ ਸੀਗਾ ਉਹ ਸਾਰਾ ਹੁਣ ਠੱਪੀ ਹੋਇਆ ਪਿਆ ਸੀਗਾ। ਗੱਡੀਆਂ ਇਹਦੀਆਂ ਲੋਨ 'ਤੇ ਲਈਆਂ ਹੋਈਆਂ ਸੀਗੀਆਂ ਤੇ ਹੁਣ 10-15 ਦਿਨਾਂ ਤੋਂ ਇੰਨਾ ਪਰੇਸ਼ਾਨ ਰਹਿੰਦਾ ਸੀਗਾ ਵੀ ਨਾ ਕਿਸੇ ਕੋਲ ਖੜਦਾ ਸੀ, ਨਾ ਕਿਸੇ ਨਾਲ ਗੱਲ ਕਰਦਾ ਸੀਗਾ। ਕੱਲ ਘਰੋਂ ਰੋਟੀ ਰਾਟੀ ਖਾ ਕੇ ਕਿਤੇ ਗਿਆ ਵਾ, ਸ਼ਾਮ ਨੂੰ ਜਦ ਉੱਥੇ ਜਾ ਕੇ ਦੇਖਿਆ ਇਹਦਾ ਮੁੰਡਾ ਛੋਟਾ ਜਿਹੜਾ +2 'ਚ ਪੜ੍ਹਦਾ ਤੇ ਇਹਨੇ ਜਾ ਕੇ ਦੇਖਿਆ ਤਾਂ ਉਹ ਆਪਣਾ ਟਾਲੀ ਦੇ ਨਾਲ ਉਹਨੇ ਫਾਹਾ ਲਿਆ ਹੋਇਆ ਸੀਗਾ। ਅਸੀਂ ਤਾਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਜੀ, ਵਿਚਾਰਾ ਗਰੀਬ ਆਦਮੀ ਆ, ਬਈ ਇਹਦੀ ਕੋਈ ਨਾ ਕੋਈ ਗੌਰਮੈਂਟ ਇਹਨਾਂ ਦੀ ਮਦਦ ਕਰੇ, ਇਹਨਾਂ ਨੂੰ ਜੋ ਮੁਆਵਜ਼ਾ ਬਣਦਾ ਉਹ ਦਿੱਤਾ ਜਾਵੇ ਤੇ ਬਾਕੀ ਜੇ ਇੱਕ ਬੱਚੇ ਨੂੰ ਜਿਹੜਾ +2 ਕਰਦਾ ਇਹਨੂੰ ਨੌਕਰੀ ਦਿੱਤੀ ਜਾਵੇ। ਸਰਕਾਰ ਦੀ ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਜੀ। ਉਧਰ ਲੁਧਿਆਣਾ ਵਿੱਚ ਭਾਰਤੀ ਵਾਲਮੀਕੀ ਧਰਮ ਸਮਾਜ ਦੇ ਵਰਕਰਾਂ ਦੇ ਵੱਲੋਂ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਅਸ਼ਵਨੀ ਸਹੋਤਾ ਦੇ ਵੱਲੋਂ ਕੀਤੀ ਗਈ। ਇਸ ਦੌਰਾਨ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਅਤੇ ਸੰਗਠਨ ਨੂੰ 4 ਜ਼ੋਨਾਂ ਦੇ ਵਿੱਚ ਵੰਡ ਕੇ ਚੋਣ ਪ੍ਰਭਾਰੀ ਨਿਯੁਕਤ ਕੀਤੇ ਗਏ ਨੇ। ਭਾਵਾਦਸ ਦੇ ਵੱਲੋਂ 15 ਵਿੰਗਾਂ ਦੀ ਘੋਸ਼ਣਾ ਵੀ ਕੀਤੀ ਗਈ ਹੈ ਤੇ ਨਾਲ ਹੀ ਪਦ ਅਧਿਕਾਰੀਆਂ ਦਾ ਸਨਮਾਨ ਵੀ ਕੀਤਾ ਗਿਆ। ਅੱਜ ਭਾਰਤੀ ਵਾਲਮੀਕੀ ਧਰਮ ਸਮਾਜ ਰਜਿਸਟਰ ਭਾਵਾਦਸ ਜ਼ਿਲ੍ਹਾ ਸੰਗਠਨ ਲੁਧਿਆਣਾ ਦੇ ਕਾਰਿਆਕਰਤਾ ਸੰਮੇਲਨ ਹੋਇਆ, ਜਿਸ ਦੇ ਵਿੱਚ ਆਗਾਮੀ ਵਿਧਾਨ ਸਭਾ ਚੁਣਾਵ ਨੂੰ ਮੁੱਖ ਰੱਖਦੇ ਹੋਏ ਅੱਜ ਸੰਗਠਨ ਨੂੰ ਮਜ਼ਬੂਤ ਕਰਨ ਦੇ ਲਈ ਜੋ ਸੀਨੀਅਰ ਪਦਾਧਿਕਾਰੀ ਹੈ ਤੇ ਉਹਨਾਂ ਦੇ ਤਜਰਬੇ ਨੂੰ ਮੁੱਖ ਰੱਖਦੇ ਹੋਏ ਉਹਨਾਂ ਸਾਰਿਆਂ ਦੀ ਡਿਊਟੀਆਂ ਲਗਾਈਆਂ ਗਈਆਂ ਤੇ ਅੱਜ ਜਿਹੜੀਆਂ ਸ਼ਹਿਰ ਦੀਆਂ 6 ਵਿਧਾਨ ਸਭਾ ਨੇ ਤੇ ਗਿੱਲ ਵਿਧਾਨ ਸਭਾ ਦਾ ਸਾਨੇ ਵਿਧਾਨ ਸਭਾ ਇਹਨਾਂ ਦੇ ਪ੍ਰਭਾਰੀ ਲਗਾਏ ਗਏ ਤੇ ਜਿਹੜਾ ਸੰਗਠਨ ਨੂੰ ਹੈ ਉਹ 4 ਜ਼ੋਨਾਂ 'ਚ ਵੰਡ ਕੇ ਜ਼ੋਨ ਪ੍ਰਭਾਰੀ ਬਣਾਏ ਗਏ। ਇਹਦੇ ਨਾਲ ਜ਼ਿਲ੍ਹਾ ਸ਼ਾਖਾ, ਯੂਥ ਵਿੰਗ, ਐਜੂਕੇਸ਼ਨ ਬੋਰਡ, ਮਹਿਲਾ ਵਿੰਗ, ਵਪਾਰ ਬੋਰਡ ਤੇ ਲਗਭਗ 15 ਜਿਹੜੇ ਵਿੰਗ ਨੇ ਭਾਵਾਦਸ ਦੇ, ਉਹਨਾਂ ਸਭ ਦੀ ਜਿਹੜੀ ਘੋਸ਼ਣਾ ਕੀਤੀ ਗਈ
ਤੇ ਪਦਾਧਿਕਾਰੀ ਨੂੰ ਸਰੂਪੇ ਪਾ ਕੇ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਤੋਂ ਆਸ ਕੀਤੀ ਗਈ ਕਿ ਆਪਾਂ ਜਿਹੜਾ ਸੰਗਠਨ ਨੂੰ ਮਜ਼ਬੂਤ ਕਰਨਾ ਵਾ। ਤੇ ਜਾਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸੂਬੇ ਅੰਦਰ ਵੱਖ-ਵੱਖ ਥਾਈਂ ਚੱਕਾ ਜਾਮ। ਲੁਧਿਆਣਾ ਦੇ ਭਾਰਤ ਨਗਰ ਚੌਂਕ ਤੇ ਵਕੀਲਾਂ ਤੇ ਕਿਸਾਨਾਂ ਨੇ ਸਾਂਝੇ ਤੌਰ ਤੇ ਲਗਾਇਆ ਧਰਨਾ ਪ੍ਰਦਰਸ਼ਨ। ਜਲੰਧਰ ਬਾਈਪਾਸ ਦੇ ਵਿੱਚ ਵੀ ਦਲਿਤ ਭਾਈਚਾਰੇ ਨੇ ਕੀਤਾ ਚੱਕਾ ਜਾਮ। ਰਾਏਕੋਟ ਤੇ ਖੰਨਾ ਵਿੱਚ ਵੀ ਹੋਏ ਧਰਨੇ ਪ੍ਰਦਰਸ਼ਨ। ਰਾਏਕੋਟ ਵਿੱਚ ਭਾਰਤੀ ਕਿਸਾਨ ਯੂਨੀਅਨ ਦੀ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਲਗਾਇਆ ਗਿਆ ਸਾਂਝਾ ਚੱਕਾ ਜਾਮ। ਕੇਂਦਰੀ ਸਰਕਾਰ ਨੂੰ ਸੁੱਤੀ ਨੀਂਦ ਤੋਂ ਜਗਾਉਣ ਦੇ ਲਈ 1 ਮਿੰਟ ਤੱਕ ਵਜਾਏ ਗਏ ਹਾਰਨ। ਇੱਕ ਹੋਰ ਕਿਸਾਨ ਨੇ ਜੀਵਨ ਲੀਲਾ ਕੀਤੀ ਸਮਾਪਤ। ਰਾਏਕੋਟ ਦੇ ਪਿੰਡ ਬੁਰਜ ਦੇ ਕਿਸਾਨ ਨੇ ਕੀਤੀ ਖੁਦਕੁਸ਼ੀ। ਆਰਥਿਕ ਤੰਗੀ ਤੋਂ ਪਰੇਸ਼ਾਨ ਸੀ ਕਿਸਾਨ। ਤੇ ਭਾਰਤੀ ਵਾਲਮੀਕੀ ਧਰਮ ਸਮਾਜ ਦੇ ਲੁਧਿਆਣਾ ਸੰਗਠਨ ਦੇ ਵਰਕਰਾਂ ਨੇ ਕੀਤੀ ਮੀਟਿੰਗ। ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲਗਾਈਆਂ ਗਈਆਂ ਡਿਊਟੀਆਂ। ਪਦ ਅਧਿਕਾਰੀਆਂ ਦਾ ਕੀਤਾ ਗਿਆ ਸਨਮਾਨ। ਤੇ ਜੇਕਰ ਤੁਸੀਂ ਕੋਈ ਜਾਣਕਾਰੀ ਜਾਂ ਸੁਝਾਅ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ। ਸਾਡਾ ਈਮੇਲ ਪਤਾ ਹੈ news@fastway.in। ਤੁਸੀਂ ਸਾਨੂੰ ਆਨਲਾਈਨ ਦੇਖ ਸਕਦੇ ਹੋ www.fastway.in ਤੇ। ਲੁਧਿਆਣਾ ਖਬਰਨਾਮਾ ਵਿੱਚ ਫਿਲਹਾਲ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।